ਹੈਲੋ ਸਟੂਡੈਂਟਸ, ਜਿਵੇਂ ਕਿ ਆਪਾਂ ਪਿਛਲੇ ਲੈਸਨ ਵਿੱਚ ਵੇਖਿਆ ਕਿ ਮੌਲਿਕ ਅਧਿਕਾਰ ਆਪਣੇ ਵਿਕਾਸ ਲਈ ਬਹੁਤ ਜ਼ਰੂਰੀ ਹਨ। ਇਹਨਾਂ ਨੂੰ ਕਾਨੂੰਨੀ ਰੂਪ ਵਿੱਚ ਪ੍ਰਦਾਨ ਕੀਤਾ ਗਿਆ ਹੈ। ਜੇ ਇਹਨਾਂ ਦੀ ਉਲੰਘਣਾ ਹੁੰਦੀ ਹੈ ਆਪਾਂ ਅਦਾਲਤ ਦਾ ਦਰਵਾਜ਼ਾ ਖਟਖਟਾ ਸਕਦੇ ਹਾਂ। ਪਰ ਤੁਹਾਨੂੰ ਪਤਾ ਹੈ ਇਹ ਅਧਿਕਾਰ ਕਈ ਕਿਸਮਾਂ ਦੇ ਹਨ। ਇਹਨਾਂ ਦੀ ਡਿਟੇਲ ਸਟੱਡੀ ਹੁਣ ਆਪਾਂ ਕਰਾਂਗੇ। ਧਿਆਨ ਨਾਲ ਬੇਟਾ ਸਿੱਖ ਲੈਣਾ। ਬੇਟਾ ਸੰਵਿਧਾਨ ਦੇ ਭਾਗ ਤੀਜੇ ਵਿੱਚ ਦਿੱਤੇ ਗਏ ਮੌਲਿਕ ਅਧਿਕਾਰ 6 ਕਿਸਮ ਦੇ ਹਨ। ਪਹਿਲਾਂ ਇਹ 7 ਕਿਸਮ ਦੇ ਹੁੰਦੇ ਸਨ, ਪਰ 1978 ਯਾਨੀ 1978 ਵਿੱਚ ਇੱਕ 44th ਅਮੈਂਡਮੈਂਟ ਕੀਤੀ ਗਈ ਸੀ, ਬਹੁਤ ਮਸ਼ਹੂਰ ਹੈ 44ਵੀਂ ਸੋਧ। ਉਸ ਦੁਆਰਾ ਸੰਪਤੀ ਜਾਂ ਜਾਇਦਾਦ ਦਾ ਅਧਿਕਾਰ ਮੌਲਿਕ ਅਧਿਕਾਰਾਂ ਦੀ ਸ਼੍ਰੇਣੀ 'ਚੋਂ ਖਾਰਜ ਕਰ ਦਿੱਤਾ ਗਿਆ ਹੈ। ਅਨੁਛੇਦ 300A ਅਧੀਨ ਇਸ ਨੂੰ ਹੁਣ ਸਧਾਰਨ ਕਾਨੂੰਨੀ ਅਧਿਕਾਰ ਬਣਾ ਦਿੱਤਾ ਗਿਆ ਹੈ। ਸੰਨ 2002 ਵਿੱਚ ਭਾਰਤੀ ਸੰਸਦ ਨੇ ਇੱਕ 86th ਅਮੈਂਡਮੈਂਟ ਕੀਤੀ ਸੀ, ਉਹ ਤੁਹਾਡੇ ਲਈ ਕੀਤੀ ਸੀ 86ਵੀਂ ਸੋਧ, ਕਿ ਬੱਚਿਆਂ ਦੇ ਸਿੱਖਿਆ ਦੇ ਅਧਿਕਾਰ ਨੂੰ ਮੌਲਿਕ ਅਧਿਕਾਰ ਬਣਾ ਦਿੱਤਾ ਜਾਵੇ, ਅਤੇ ਬਣਾ ਵੀ ਦਿੱਤਾ ਗਿਆ। ਪਰ ਇਸ ਅਧਿਕਾਰ ਨੂੰ ਸੰਵਿਧਾਨ ਵਿੱਚ ਦਰਜ ਮੌਲਿਕ ਅਧਿਕਾਰਾਂ ਦੀ ਮੂਲ ਸੂਚੀ ਜਿਹੜੀ ਹੈ ਉਹਦੇ ਵਿੱਚ ਦਰਜ ਨਹੀਂ ਕੀਤਾ ਗਿਆ, ਉਹਦੇ 'ਚ ਨੰਬਰ ਨਹੀਂ ਦਿੱਤਾ ਗਿਆ। ਇਸ ਅਧਿਕਾਰ ਨੂੰ ਅਨੁਛੇਦ 19 ਤੋਂ 22 ਵਿੱਚ ਸੁਤੰਤਰਤਾ ਦਾ ਅਧਿਕਾਰ ਹੈ ਜਿਹੜਾ, ਉਹਦੇ ਵਿੱਚ ਹੀ ਇੱਕ 21A ਆਰਟੀਕਲ ਸ਼ਾਮਿਲ ਕੀਤਾ ਗਿਆ। ਉਹਦੇ ਵਿੱਚ ਇਸ ਨੂੰ ਲਿਖਿਆ ਗਿਆ ਹੈ। ਮੌਲਿਕ ਅਧਿਕਾਰਾਂ ਦਾ ਵਰਗੀਕਰਨ ਹੁਣ ਆਪਾਂ ਡਿਟੇਲ ਵਿੱਚ ਕਰਦੇ ਹਾਂ। ਇਹ ਮੌਲਿਕ ਅਧਿਕਾਰ ਆਰਟੀਕਲ ਵਾਈਜ਼ ਯਾਦ ਰੱਖਣੇ ਜ਼ਰੂਰੀ ਹੁੰਦੇ ਹਨ, ਕਿਉਂਕਿ ਜਦੋਂ ਆਪਾਂ ਅੱਗੇ ਜਾ ਕੇ ਵੱਡੀਆਂ ਪੜ੍ਹਾਈਆਂ ਦੇ ਇਮਤਿਹਾਨ ਦੇਣੇ ਆ ਨਾ, ਉਦੋਂ ਕੰਪੀਟੀਸ਼ਨਸ ਵਿੱਚ ਇਹ ਪੁੱਛੇ ਜਾਂਦੇ ਆ ਕਿਹੜੇ ਆਰਟੀਕਲ ਜਾਂ ਕਿਹੜੇ ਅਨੁਛੇਦ ਅਧੀਨ ਕਿਹੜਾ ਅਧਿਕਾਰ ਹੁੰਦਾ ਹੈ। ਚਲੋ ਇੱਕ ਵਾਰੀ ਰਾਊਂਡ ਅਪ ਕਰੀਏ। ਸਮਾਨਤਾ ਦਾ ਅਧਿਕਾਰ ਪਹਿਲਾਂ ਜਿਹੜਾ ਰਾਈਟ ਟੂ ਇਕੁਐਲਿਟੀ, ਇਹ ਆਰਟੀਕਲ 14 ਤੋਂ 18 ਵਿੱਚ ਆਉਂਦਾ। ਇਹਨੂੰ ਅਨੁਛੇਦ ਕਹਿੰਦੇ ਆਪਾਂ ਪੰਜਾਬੀ 'ਚ, ਅਨੁਛੇਦ 14 ਤੋਂ 18 ਵਿੱਚ। ਫਿਰ ਸੁਤੰਤਰਤਾ ਦਾ ਅਧਿਕਾਰ ਹੈ, ਇਹ 19 ਤੋਂ 22 ਅਨੁਛੇਦ ਅਧੀਨ ਆਉਂਦਾ ਹੈ। ਫਿਰ ਸ਼ੋਸ਼ਣ ਦੇ ਵਿਰੁੱਧ ਅਧਿਕਾਰ 23 ਤੋਂ 24 ਦੇ ਦਰਮਿਆਨ ਆਉਂਦਾ ਹੈ। 23 ਤੇ 24 ਵਿੱਚ ਰਾਈਟ ਟੂ ਫਰੀਡਮ ਆਫ ਰਿਲੀਜਨ, ਤਾਂ ਤੁਸੀਂ ਸਮਝਦੇ ਹੋ ਕਿ ਧਾਰਮਿਕ ਆਜ਼ਾਦੀ ਦਾ ਅਧਿਕਾਰ 25 ਤੋਂ 28 ਅਨੁਛੇਦ ਵਿੱਚ ਆਉਂਦਾ ਹੈ। ਫਿਰ ਆ ਗਿਆ ਇੱਕ ਸੱਭਿਆਚਾਰਕ ਅਤੇ ਵਿੱਦਿਅਕ ਅਧਿਕਾਰ, ਕਲਚਰਲ ਐਂਡ ਐਜੂਕੇਸ਼ਨ ਰਾਈਟ, ਇਹ 29 ਤੇ 30 ਆਰਟੀਕਲ ਦੇ ਅੰਡਰ ਆਉਂਦਾ ਹੈ। ਅਤੇ ਆਰਟੀਕਲ 32 ਜਿਹੜਾ ਉਹ ਆਪਾਂ ਨੂੰ ਦੱਸਦਾ ਹੈ ਸੰਵਿਧਾਨਕ ਉਪਚਾਰਾਂ ਦਾ ਅਧਿਕਾਰ, ਯਾਨੀ ਰਾਈਟ ਟੂ ਕੌਨਸਟੀਟਿਊਸ਼ਨਲ ਰੈਮਡੀਜ਼ ਦਾ। ਠੀਕ ਹੈ ਬੇਟਾ, ਯਾਦ ਰੱਖ ਲਓਗੇ ਨਾ ਇਹਨਾਂ ਨੂੰ, ਸਕਰੀਨਸ਼ਾਟ ਲੈ ਕੇ ਰੱਖ ਲਿਓ, ਵਾਲੀ ਗੱਲ ਹੈ, ਯਾਦ ਰੱਖ ਲਿਓ, ਬਾਰ ਬਾਰ ਦੇਖੋਗੇ ਯਾਦ ਹੋ ਜਾਣਗੇ। ਹਾਂ ਬੇਟਾ, ਕੀ ਤੁਸੀਂ ਦੱਸ ਸਕਦੇ ਹੋ ਕਿ 4 ਜੁਲਾਈ ਨੂੰ ਕਿਹੜੇ ਦੇਸ਼ ਦਾ ਸੁਤੰਤਰਤਾ ਦਿਵਸ ਹੈ? ਜ਼ਿਆਦਾ ਸੋਚਿਆ ਨਾ, ਉਹ ਤੁਹਾਡੇ ਸਾਹਮਣੇ ਲਿਖਿਆ ਹੋਇਆ ਹੈ USA ਯਾਨੀ ਯੂਨਾਈਟਿਡ ਸਟੇਟਸ ਆਫ ਅਮਰੀਕਾ। ਆਪਾਂ ਜਿਹੜੇ ਸੰਵਿਧਾਨ 'ਚ ਮੌਲਿਕ ਅਧਿਕਾਰ ਲਏ ਹੈ ਨਾ, ਇਹ ਸੰਯੁਕਤ ਰਾਜ ਅਮਰੀਕਾ ਦੇ ਸੰਵਿਧਾਨ ਤੋਂ ਹੀ ਲੈ ਗਏ ਹੈ। ਇਹ ਸਾਰੀ ਧਾਰਨਾ ਉੱਥੋਂ ਲੈ ਗਈ ਹੈ, ਦਾ ਕੰਸੈਪਟ, ਕਿਉਂਕਿ ਉਹਨਾਂ ਨੇ ਆਪਣੇ ਲੋਕਾਂ ਨੂੰ ਮੌਲਿਕ ਅਧਿਕਾਰ ਦਿੱਤੇ ਹੈ। ਤਾਂ ਭਾਰਤ ਸਰਕਾਰ ਨੇ ਵੀ ਸੋਚਿਆ, ਜਾਂ ਸੰਵਿਧਾਨ ਨਿਰਮਾਤਾਵਾਂ ਨੇ ਸੋਚਿਆ ਕਿ ਆਪਣੀ ਜਨਤਾ ਨੂੰ ਵੀ ਇਹ ਅਧਿਕਾਰ ਦੇਣੇ ਚਾਹੀਦੇ ਤਾਂ ਕਿ ਉਹ ਸੇਫ ਅਤੇ ਸੁਰੱਖਿਅਤ ਮਹਿਸੂਸ ਅਤੇ ਆਜ਼ਾਦੀ ਮਹਿਸੂਸ ਕਰਨ, ਯਾਨੀ ਉਹਨਾਂ ਨੂੰ ਇੱਕ ਕਾਨੂੰਨ ਦੀ ਪ੍ਰੋਟੈਕਸ਼ਨ ਦਾ ਅਹਿਸਾਸ ਹੋਵੇ। ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕਉ ਭਲੇ ਕਉ ਮੰਦੇ। ਬੇਟਾ, ਦੁਨੀਆ 'ਤੇ ਜਿਹੜੇ ਵੀ ਇਨਸਾਨ ਪੈਦਾ ਹੋਏ ਆ ਉਹ ਸਾਰੇ ਸਮਾਨ ਹਨ। ਆਪਣੀ ਵਿਰਾਸਤ, ਆਪਣੇ ਗੁਰੂ ਪੀਰ ਪੈਗੰਬਰ ਸਾਰੇ ਦੱਸਦੇ ਆਏ ਹੈ ਕਿ ਸਾਰੇ ਵਿਅਕਤੀ ਜਿਹੜੇ ਆ ਸਮਾਨ ਹਨ। ਇਹਨੂੰ ਕਾਨੂੰਨੀ ਰੂਪ ਵੀ ਆਪਣੇ ਸੰਵਿਧਾਨ ਨੇ ਦਿੱਤਾ ਹੈ। ਆਓ ਇਹਦੇ ਬਾਰੇ ਆਪਾਂ ਸਟੱਡੀ ਕਰੀਏ। ਇਹ ਸਮਾਨਤਾ ਦਾ ਅਧਿਕਾਰ ਬੇਟੇ ਅਨੁਛੇਦ 14 ਤੋਂ 18 ਦੇ ਵਿੱਚ ਦਰਜ ਕੀਤਾ ਗਿਆ ਹੈ। ਵੱਖਰੇ ਵੱਖਰੇ ਆਰਟੀਕਲ 'ਚ ਵੱਖਰੇ ਵੱਖਰੇ ਉਪਬੰਧ ਜਿਹੜੇ ਆ ਦੱਸੇ ਗਏ ਹਨ। 5 ਤਰ੍ਹਾਂ ਦੇ ਅਧਿਕਾਰ ਸ਼ਾਮਿਲ ਕੀਤੇ ਗਏ ਨੇ ਇਸ ਵਿੱਚ, ਜਿਨ੍ਹਾਂ ਬਾਰੇ ਹੁਣ ਆਪਾਂ ਅੱਗੇ ਪੜ੍ਹਦੇ ਹਾਂ। ਆਪਣੇ ਸੰਵਿਧਾਨ ਬਾਰੇ ਜਾਣਕਾਰੀ ਡਿਟੇਲ 'ਚ ਲੈਣੀ ਸ਼ੁਰੂ ਕਰੋ। ਪਹਿਲਾ ਹੈ ਬੇਟਾ ਕਾਨੂੰਨ ਦੇ ਸਾਹਮਣੇ ਸਮਾਨਤਾ, ਆਰਟੀਕਲ 14
ਇਹ ਦੱਸਦਾ ਹੈ ਕਿ ਸਾਰੇ ਨਾਗਰਿਕ ਕਾਨੂੰਨ ਦੇ ਸਾਹਮਣੇ ਸਮਾਨ ਮੰਨੇ ਜਾਂਦੇ ਹਨ, ਬਰਾਬਰ ਹਨ। ਕੋਈ ਵੀ ਨਾਗਰਿਕ ਭਾਵੇਂ ਉੱਚੇ ਤੋਂ ਉੱਚੇ ਅਹੁਦੇ 'ਤੇ ਹੋਵੇ, ਭਾਵੇਂ ਰਾਸ਼ਟਰਪਤੀ ਕਿਉਂ ਨਾ ਹੋਵੇ, ਕਾਨੂੰਨ ਤੋਂ ਉੱਪਰ ਨਹੀਂ ਹੋ ਸਕਦਾ। ਕਾਨੂੰਨ ਕਿਸੇ ਵੀ ਵਿਅਕਤੀ ਨਾਲ ਨਸਲ, ਧਰਮ, ਜਾਤ ਜਾਂ ਲਿੰਗ ਆਦਿ ਦੇ ਆਧਾਰ 'ਤੇ ਵਿਤਕਰਾ ਨਹੀਂ ਕਰਦਾ। ਸਮਝ ਲੱਗੀ ਨਾ ਬੇਟਾ? ਕਾਨੂੰਨ ਦੇ ਸਾਹਮਣੇ ਸਮਾਨਤਾ ਹੈ। ਅੱਗੇ ਬੇਟਾ ਸੰਵਿਧਾਨ ਦੇ 15ਵੇਂ ਅਨੁਛੇਦ ਵਿੱਚ ਇਹ ਦੱਸਿਆ ਗਿਆ ਹੈ ਕਿ ਕੋਈ ਵੀ ਵਿਤਕਰਾ ਨਹੀਂ ਕੀਤਾ ਜਾ ਸਕਦਾ। ਵਿਤਕਰੇ ਦੀ ਮਨਾਹੀ ਕੀਤੀ ਗਈ ਹੈ। ਜਿਵੇਂ ਕਿ ਸਾਰਵਜਨਿਕ ਥਾਵਾਂ, ਹੋਟਲਾਂ, ਰੈਸਟੋਰੈਂਟਾਂ, ਪਾਰਕਾਂ, ਦੁਕਾਨਾਂ ਅਤੇ ਮਨੋਰੰਜਨ ਵਾਲੀਆਂ ਥਾਵਾਂ 'ਤੇ ਕਿਸੇ ਵੀ ਆਧਾਰ 'ਤੇ, ਚਾਹੇ ਧਰਮ ਹੋਵੇ, ਨਸਲ, ਜਾਤੀ, ਲਿੰਗ ਜਾਂ ਜਨਮ ਦੇ ਆਧਾਰ 'ਤੇ ਜਾਣ ਤੋਂ ਰੋਕਿਆ ਨਹੀਂ ਜਾ ਸਕਦਾ। ਸਾਰੀਆਂ ਸਾਂਝੀਆਂ ਥਾਵਾਂ ਸਾਰਿਆਂ ਲਈ ਸਾਂਝੀਵਾਲਤਾ ਦਾ ਪ੍ਰਤੀਕ ਹਨ। ਆਪਣੇ ਅੰਮ੍ਰਿਤਸਰ ਵੀ ਇਹੀ ਹੈ ਨਾ, ਦਰਬਾਰ ਸਾਹਿਬ ਵਿੱਚ ਕਿਸੇ ਨਾਲ ਕੋਈ ਵਿਤਕਰਾ ਨਹੀਂ ਹੁੰਦਾ। ਸੰਵਿਧਾਨ ਵਿੱਚ ਜਿਹੜਾ ਇਹ ਜਿਹਾ ਉਪਬੰਧ ਪ੍ਰੋਵੀਜ਼ਨ ਨੂੰ ਕਹਿੰਦੇ ਉਪਬੰਧ, ਇਹ ਸਮਾਜਿਕ ਸਮਾਨਤਾ ਲਿਆਉਣ ਲਈ ਕੀਤਾ ਗਿਆ। ਸਾਰੇ ਇੱਕ ਦੂਜੇ ਨੂੰ ਆਪਣੇ ਆਪ ਨਾਲ ਬਰਾਬਰੀ 'ਤੇ ਸਮਝਣ, ਕੋਈ ਛੋਟਾ ਨਹੀਂ, ਕੋਈ ਵੱਡਾ ਨਹੀਂ। ਓਕੇ ਬੇਟਾ। ਅੱਗੇ ਬੇਟਾ ਤੀਸਰਾ ਹੈ ਅਵਸਰ ਦੀ ਸਮਾਨਤਾ ਜਾਂ ਮੌਕੇ ਦੀ ਸਮਾਨਤਾ। ਆਪਣੇ ਨਾਗਰਿਕ ਉਹਨਾਂ ਨੂੰ ਆਰਟੀਕਲ 16 ਅਨੁਛੇਦ 16 ਇਹ ਯਕੀਨ ਦਿਵਾਉਂਦਾ ਹੈ ਕਿ ਭਾਰਤ ਦੇ ਨਾਗਰਿਕ ਸਰਕਾਰੀ ਅਹੁਦਾ ਪ੍ਰਾਪਤ ਕਰਨ ਲਈ ਉਹਨਾਂ ਦੀ ਯੋਗਤਾ ਅਨੁਸਾਰ ਬਰਾਬਰ ਮੌਕੇ ਹਾਸਲ ਕਰਨਗੇ। ਯਾਨੀ ਕਿਸੇ ਨੂੰ ਵੀ ਨੀਵਾਂ ਜਾਂ ਉੱਚਾ ਨਹੀਂ ਸਮਝਿਆ ਜਾਵੇਗਾ। ਕਿਸੇ ਵੀ ਨਾਗਰਿਕ ਨੂੰ ਉਹੀ ਚੀਜ਼ ਆ ਗਈ ਫਿਰ, ਚਾਹੇ ਧਰਮ ਹੋਵੇ, ਜਾਤੀ, ਨਸਲ, ਜਨਮ ਸਥਾਨ, ਲਿੰਗ ਆਦਿ ਦੇ ਆਧਾਰ 'ਤੇ ਸਰਕਾਰੀ ਅਹੁਦਾ ਪ੍ਰਾਪਤ ਕਰਨ ਲਈ ਅਯੋਗ ਨਹੀਂ ਠਹਿਰਾਇਆ ਜਾ ਸਕਦਾ। ਇਹ ਅਧਿਕਾਰ ਅਪ੍ਰਤੱਖ ਤੌਰ 'ਤੇ ਇਕਹਿਰੀ ਨਾਗਰਿਕਤਾ ਦਾ ਪ੍ਰਗਟਾਵਾ ਕਰਦਾ ਹੈ। ਇਕਹਿਰੀ ਨਾਗਰਿਕਤਾ ਸਮਝਦੇ ਹੋ, ਸਾਰੇ ਦੇਸ਼ ਵਿੱਚ ਇੱਕ ਕਾਨੂੰਨ, ਵੀ ਆਪਾਂ ਭਾਰਤ ਦੇ ਇੱਕੋ ਨਾਗਰਿਕ ਹੈ, ਕਿਸੇ ਸਟੇਟ ਦਾ ਕੋਈ ਵੱਖਰਾ ਨਾਗਰਿਕ ਨਹੀਂ ਹੈ, ਸਾਰੇ ਸਟੇਟਸ ਵਿੱਚ ਇਹ ਕਾਨੂੰਨ ਲਾਗੂ ਹੈ। ਹੋਰ ਇੰਪੋਰਟੈਂਟ ਸਮਾਨਤਾ ਦਿੱਤੀ ਗਈ ਹੈ ਬੇਟਾ, ਉਹ ਹੈ ਛੂਆ-ਛੂਤ ਵਿਰੁੱਧ ਅਧਿਕਾਰ। ਪੁਰਾਣੇ ਸਮਿਆਂ 'ਚ ਜਾਤੀ ਦੇ ਆਧਾਰ 'ਤੇ, ਪੇਸ਼ੇ ਦੇ ਆਧਾਰ 'ਤੇ, ਕਿੱਤੇ ਦੇ ਆਧਾਰ 'ਤੇ ਬੜੇ ਲੋਕਾਂ ਨਾਲ ਭੇਦਭਾਵ ਕੀਤਾ ਜਾਂਦਾ ਸੀ, ਜਿਸ ਨੂੰ ਛੂਆ-ਛੂਤ ਕਹਿੰਦੇ ਸਨ, ਅਤੇ ਉਹਨਾਂ ਨੂੰ ਸਮਾਜਿਕ ਬਾਈਕਾਟ ਦਾ ਸਾਹਮਣਾ ਵੀ ਕਰਨਾ ਪੈਂਦਾ ਸੀ। ਪਰ ਹੁਣ ਇਹ ਕਾਨੂੰਨ ਇਸ ਨੂੰ ਮਾਨਤਾ ਨਹੀਂ ਦਿੰਦਾ। ਭਾਰਤੀ ਸਮਾਜ ਵਿੱਚ ਸਦੀਆਂ ਤੋਂ ਚੱਲੀ ਆ ਰਹੀ ਇਸ ਸਮਾਜਿਕ ਬੁਰਾਈ ਨੂੰ ਖਤਮ ਕਰਨ ਲਈ ਇਸ ਅਧਿਕਾਰ ਦੀ ਵਿਵਸਥਾ ਕੀਤੀ ਗਈ ਹੈ। ਛੂਆ-ਛੂਤ ਫੈਲਾਉਣ ਜਾਂ ਅਮਲ ਵਿੱਚ ਲਿਆਉਣ ਵਾਲੇ ਵਿਅਕਤੀ ਨੂੰ ਕਾਨੂੰਨ ਅਨੁਸਾਰ ਸਜ਼ਾ ਦਿੱਤੀ ਜਾ ਸਕਦੀ ਹੈ। ਕਾਨੂੰਨ ਅਨੁਸਾਰ ਇਸ ਬੁਰਾਈ ਦੀ ਸਮਾਪਤੀ ਉਹਨਾਂ ਲੱਖਾਂ ਲੋਕਾਂ ਲਈ ਕੀਤੀ ਗਈ ਹੈ ਬੇਟਾ, ਜੋ ਸਦੀਆਂ ਤੋਂ ਭਾਰਤੀ ਸਮਾਜ ਵਿੱਚ ਭੈੜੇ ਵਿਵਹਾਰ ਦਾ ਸ਼ਿਕਾਰ ਹੁੰਦੇ ਆ ਰਹੇ ਹਨ। ਲਾਸਟਲੀ ਬੇਟਾ ਖਿਤਾਬਾਂ ਦਾ ਖਾਤਮਾ ਕਰ ਦਿੱਤਾ ਗਿਆ ਹੈ। 5ਵੇਂ ਨੰਬਰ 'ਤੇ ਇਹ ਡਿਸਕਸ ਕਰਦੇ ਹਾਂ ਕਿ ਆਰਟੀਕਲ 18 ਦੱਸਦਾ ਹੈ ਕਿ ਅੰਗਰੇਜ਼ਾਂ ਦੁਆਰਾ ਦਿੱਤੇ ਗਏ ਖਿਤਾਬ ਹੁਣ ਖਤਮ ਕਰ ਦਿੱਤੇ ਗਏ ਹਨ। ਕੇਵਲ ਸੈਨਿਕ ਅਤੇ ਵਿਦਿਅਕ ਖਿਤਾਬ ਹੀ ਹੁਣ ਦਿੱਤੇ ਜਾ ਸਕਦੇ ਹਨ। ਅੰਗਰੇਜ਼ਾਂ ਦੁਆਰਾ ਦਿੱਤੇ ਗਏ ਖਿਤਾਬ ਸਮਾਜ ਵਿੱਚ ਬਨੋਟੀ ਭਿੰਨਤਾਵਾਂ ਪੈਦਾ ਕਰਦੇ ਸਨ। ਭਾਰਤ ਦਾ ਰਾਸ਼ਟਰਪਤੀ ਆਪਣੇ ਆਨਰੇਬਲ ਪ੍ਰੈਜ਼ੀਡੈਂਟ ਭਾਰਤ ਦੇ ਨਾਗਰਿਕਾਂ ਨੂੰ ਰਾਸ਼ਟਰੀ ਸਨਮਾਨ ਪ੍ਰਦਾਨ ਕਰ ਸਕਦੇ ਹਨ, ਜਿਨ੍ਹਾਂ ਨੇ ਸਮਾਜਿਕ ਜੀਵਨ ਦੇ ਕਿਸੇ ਵੀ ਖੇਤਰ ਵਿੱਚ ਸਨਮਾਨ ਖੱਟਿਆ ਹੋਵੇ। ਇਨ੍ਹਾਂ ਸਨਮਾਨਾਂ ਵਿੱਚ ਭਾਰਤ ਰਤਨ ਸੁਣਿਆ ਹੋਊਗਾ ਤੁਸੀਂ, ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮ ਸ਼੍ਰੀ ਸ਼ਾਮਲ ਕੀਤੇ ਗਏ ਹਨ। ਇਹਨਾਂ ਬਾਰੇ ਗੂਗਲ 'ਚ ਡਿਟੇਲ ਨਾਲ ਪੜ੍ਹਿਓ ਕਿ ਕਦੋਂ ਤੇ ਕਿਵੇਂ ਦਿੱਤੇ ਜਾਂਦੇ ਆ। ਬੇਟਾ ਆਪਾਂ ਦੇਖਿਆ ਕਿ ਅਨੁਛੇਦ 14 ਤੋਂ 18 ਵਿੱਚ ਮੌਲਿਕ ਅਧਿਕਾਰ ਦਿੱਤੇ ਗਏ ਹਨ। ਇਹ ਕਾਨੂੰਨੀ, ਰਾਜਨੀਤਿਕ ਅਤੇ ਸਮਾਜਿਕ ਸਮਾਨਤਾ ਲਿਆਉਣ ਦੀ ਵਿਵਸਥਾ ਕਰਦੇ ਹਨ। ਪਰੰਤੂ ਤੁਹਾਨੂੰ ਪਤਾ, ਰਾਜਨੀਤਿਕ ਸਮਾਨਤਾ ਜਿਹੜੀ ਆ ਆਰਥਿਕ ਸਮਾਨਤਾ ਤੋਂ ਬਿਨਾਂ ਫਜ਼ੂਲ ਹੁੰਦੀ ਹੈ। ਢਿੱਡੀ ਪਈਆਂ ਨਾ ਰੋਟੀਆਂ,
ਸਭੇ ਗੱਲਾਂ ਖੋਟੀਆਂ। ਤੇ ਆਰਥਿਕ ਸਮਾਨਤਾ ਜਾਂ ਰਾਜਨੀਤਿਕ ਸਮਾਨਤਾ ਉਦੋਂ ਮੈਨੇ ਰੱਖਦੀ ਹੈ ਕਿ ਸਭ ਨੂੰ ਆਜ਼ਾਦੀ ਦਾ ਅਧਿਕਾਰ ਦਿੱਤਾ ਗਿਆ ਹੋਵੇ, ਕਾਨੂੰਨੀ ਰੂਪ ਵਿੱਚ ਦਿੱਤਾ ਗਿਆ ਹੋਵੇ। ਤੇ ਭਾਰਤ ਦਾ ਸੰਵਿਧਾਨ ਇਹ ਉਪਬੰਧ ਕਰਦਾ ਹੈ ਕਿ ਭਾਰਤੀ ਨਾਗਰਿਕਾਂ ਨੂੰ ਸੁਤੰਤਰਤਾ ਵੀ ਮਿਲੇ। ਇਹ ਸੁਤੰਤਰਤਾ ਦਾ ਅਧਿਕਾਰ ਕੀ ਚੀਜ਼ ਹੈ, ਕਿੰਨੇ ਭਾਗਾਂ ਵਿੱਚ ਹੈ, ਇਹ ਆਪਾਂ ਹੁਣ ਅੱਗੇ ਪੜ੍ਹਦੇ ਹਾਂ। ਭਾਰਤੀ ਸੰਵਿਧਾਨ ਦੇ ਅਨੁਛੇਦ 19 ਤੋਂ 22 ਦੇ ਵਿੱਚ ਇਹ ਆਜ਼ਾਦੀ ਦੇ ਅਧਿਕਾਰ ਜਿਹੜੇ ਆ ਦਿੱਤੇ ਗਏ ਆ। ਇਹਨਾਂ ਨੂੰ 19ਵੇਂ ਅਨੁਛੇਦ ਵਿੱਚ 6 ਭਾਗਾਂ ਵਿੱਚ ਵੰਡ ਦਿੱਤਾ ਗਿਆ ਹੈ। ਪਹਿਲਾਂ 19ਵਾਂ ਆਰਟੀਕਲ ਕਰੀਏ ਕਿ ਆਜ਼ਾਦੀ 6 ਭਾਗਾਂ ਵਿੱਚ ਕਿਵੇਂ ਵੰਡੀ ਹੈ। ਪਹਿਲੀ ਆਜ਼ਾਦੀ ਹੈ ਬੇਟਾ ਭਾਸ਼ਣ ਦੇਣ ਦੀ, ਵਿਚਾਰ ਪ੍ਰਗਟਾਉਣ ਦੀ, ਸਪੀਚ ਦੀ, ਐਕਸਪ੍ਰੈਸ਼ਨ ਦੀ। ਤੇ ਦੂਸਰੀ ਬਿਨਾਂ ਹਥਿਆਰਾਂ ਤੋਂ ਇਕੱਠੇ ਹੋਣ ਦੀ ਆਜ਼ਾਦੀ, ਵਿਦਾਊਟ ਆਰਮਸ, ਪੀਸਫੁਲੀ, ਸ਼ਾਂਤੀ ਨਾਲ। ਤੀਸਰੀ ਆਜ਼ਾਦੀ ਭਾਰਤ ਵਿੱਚ ਕਿਤੇ ਵੀ ਘੁੰਮਣ ਫਿਰਨ ਦੀ, ਪਰ ਅੱਜ ਕੱਲ੍ਹ ਥੋੜ੍ਹਾ ਜਿਹਾ ਰੋਕ ਲੱਗ ਜਾਂਦੀ ਹੈ। ਜਿਹੇ ਮਾਹੌਲ ਬਣ ਜਾਂਦੇ ਹਨ, ਜਦੋਂ ਬਿਮਾਰੀ ਦਾ ਜ਼ੋਰ ਹੁੰਦਾ ਉਦੋਂ ਰੋਕਾਂ ਲਗਾਉਣੀਆਂ ਜ਼ਰੂਰੀ ਹੁੰਦੀਆਂ। ਚੌਥੀ ਆਜ਼ਾਦੀ ਸੰਘ ਅਤੇ ਯੂਨੀਅਨ ਬਣਾਉਣ ਦੀ ਹੈ, ਫੋਰਮ ਐਸੋਸੀਏਸ਼ਨ ਔਰ ਯੂਨੀਅਨਸ। ਇਹ ਵੀ ਵਿਦਾਊਟ ਆਰਮਸ, ਇਹ ਵੀ ਫਰੀਡਮ ਟੂ ਆਪਾਂ ਕਹਿ ਕੇ ਦੱਸਦੇ ਹੁੰਦੇ ਹਾਂ, ਫਰੀਡਮ ਟੂ ਆਹ, ਫਰੀਡਮ ਟੂ ਉਹ। ਪੰਜਵੀਂ ਆਜ਼ਾਦੀ ਹੈ ਦੇਸ਼ ਦੇ ਕਿਸੇ ਵੀ ਭਾਗ ਵਿੱਚ ਨਿਵਾਸ ਸਥਾਨ ਬਣਾਉਣ ਦੀ ਹੈ। ਹੁਣ ਤਾਂ ਜੰਮੂ ਕਸ਼ਮੀਰ ਵਿੱਚ ਵੀ ਆਜ਼ਾਦੀ ਮਿਲ ਗਈ ਹੈ। ਪਹਿਲਾਂ ਦੋਹਰਾ ਸੰਵਿਧਾਨ ਹੋਣ ਕਰਕੇ ਕੋਈ ਪ੍ਰੋਪਰਟੀ ਖਰੀਦ ਨਹੀਂ ਸੀ ਸਕਦਾ, ਪਰ ਹੁਣ ਕੋਈ ਵੀ ਵਿਅਕਤੀ ਜਿਹੜਾ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਪ੍ਰੋਪਰਟੀ ਖਰੀਦ ਸਕਦਾ, ਮਕਾਨ ਬਣਾ ਸਕਦਾ। ਤੇ ਨੈਕਸਟ ਹੈ ਲਾਸਟ, ਕੋਈ ਵੀ ਕਿੱਤਾ, ਕੋਈ ਵੀ ਵਪਾਰ, ਕੋਈ ਵੀ ਧੰਦਾ ਕਰਨ ਦੀ ਆਜ਼ਾਦੀ ਬਿਨਾਂ ਕਿਸੇ ਰੋਕ ਟੋਕ ਦੇ। ਪਰ ਇਹ ਸਾਰੀਆਂ ਆਜ਼ਾਦੀਆਂ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ, ਅੰਡਰ ਦਾ ਲਾ, ਯਾਦ ਰੱਖਿਓ, ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਹੀ ਮੰਨ ਸਕਦੇ ਹਾਂ। ਅਦਰਵਾਈਜ਼ ਇਹ ਐਕਸਪਲੋਇਟੇਸ਼ਨ ਹੈ ਇਸ ਅਧਿਕਾਰ ਦੀ, ਸਮਝੀਏ। ਅਤੇ ਇਸ ਕਰਕੇ 6 ਜਿਹੜੇ ਆਜ਼ਾਦੀ ਦੇ ਭਾਗ ਦੱਸੇ, ਤੁਹਾਨੂੰ ਅਲੱਗ-ਅਲੱਗ ਪਾਰਟ ਦੱਸੇ ਹੈ, ਇਹ ਯਾਦ ਰੱਖਣੇ ਆ ਕਿ ਇਹ 6 ਆਪਾਂ ਨੂੰ ਅਧਿਕਾਰ ਮਿਲੇ ਹੋਏ ਆ। ਮੌਲਿਕ ਅਧਿਕਾਰਾਂ ਦੇ ਅੰਡਰ ਸਬ ਪਾਰਟਸ ਬਣੇ ਆ ਅਤੇ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਇਹਨਾਂ ਦੀ ਆਪਾਂ ਆਜ਼ਾਦੀ ਦੇ ਅਧਿਕਾਰ ਦੀ ਸਹੂਲਤ ਮਾਣ ਸਕਦੇ ਹਾਂ। ਬੇਟਾ ਇਹ 6 ਤਰ੍ਹਾਂ ਦੀਆਂ ਜਿਹੜੀਆਂ ਆਜ਼ਾਦੀਆਂ, ਇਹ ਵਿਅਕਤੀਤਵ ਦੇ ਵਿਕਾਸ ਲਈ ਬਹੁਤ ਜ਼ਰੂਰੀ ਹੈ ਅਤੇ ਲੋਕਤੰਤਰ ਦੀ ਸਫਲਤਾ ਲਈ ਵੀ ਜ਼ਰੂਰੀ ਹੈ। ਪਰ ਇਹ ਆਜ਼ਾਦੀਆਂ ਅਸੀਮਤ ਨਹੀਂ ਹਨ। ਹਰ ਇੱਕ ਆਜ਼ਾਦੀ ਦੇ ਨਾਲ ਉਚਿਤ ਰੋਕਾਂ ਵੀ ਸੰਵਿਧਾਨ ਨੇ ਲਗਾਈਆਂ ਹਨ। ਭਾਸ਼ਣ ਦੇਣ ਅਤੇ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਲੋਕਤੰਤਰ ਦੀ ਸਫਲਤਾ ਲਈ ਅਤੀ ਜ਼ਰੂਰੀ ਹੈ। ਲੋਕ ਆਪਣੇ ਵਿਚਾਰਾਂ ਨੂੰ ਭਾਸ਼ਣ ਰਾਹੀਂ ਜਾਂ ਲੇਖ ਲਿਖ ਕੇ, ਲਿਖਤਾਂ ਰਾਹੀਂ ਪ੍ਰਗਟਾ ਸਕਦੇ ਆ। ਭਾਸ਼ਣ ਦੀ ਆਜ਼ਾਦੀ ਵਿਚਾਰ ਵਟਾਂਦਰੇ ਅਤੇ ਲੋਕਮਤ ਦੇ ਨਿਰਮਾਣ ਲਈ ਵੀ ਜ਼ਰੂਰੀ ਹੈ। ਇਸ ਅਧਿਕਾਰ ਤੋਂ ਬਿਨਾਂ ਸੰਸਦੀ ਲੋਕਤੰਤਰ ਪ੍ਰਭਾਵਸ਼ਾਲੀ ਨਹੀਂ ਹੋ ਸਕਦਾ। ਰਾਜ ਇਸ ਆਜ਼ਾਦੀ ਤੇ ਦੇਸ਼ ਦੀ ਰੱਖਿਆ, ਕਾਨੂੰਨੀ ਵਿਵਸਥਾ, ਗੁਆਂਢੀ ਦੇਸ਼ਾਂ ਨਾਲ ਚੰਗੇ ਸੰਬੰਧ ਤੇ ਨੈਤਿਕਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਉਚਿਤ ਰੋਕਾਂ ਲਗਾ ਸਕਦਾ ਹੈ। ਬਿਨਾਂ ਹਥਿਆਰਾਂ ਇਕੱਠੇ ਹੋਣ ਦੀ ਆਜ਼ਾਦੀ ਨਾਲ ਮੀਟਿੰਗਾਂ ਕਰਨੀਆਂ, ਰੈਲੀਆਂ ਕਰਨ ਅਤੇ ਸ਼ੋਭਾ ਯਾਤਰਾਵਾਂ ਕੱਢਣ ਦਾ ਅਧਿਕਾਰ ਵੀ ਜੁੜਿਆ ਹੋਇਆ ਹੈ। ਇਹ ਅਧਿਕਾਰ ਅਸੀਮਤ ਨਹੀਂ ਹੈ, ਸੀਮਤ ਹੈ। ਆਜ਼ਾਦੀ ਦਾ ਆਨੰਦ ਉਦੋਂ ਹੀ ਮਾਣਿਆ ਜਾ ਸਕਦਾ ਹੈ ਜੇਕਰ ਸ਼ਾਂਤੀ ਦੇ ਢੰਗਾਂ ਨਾਲ ਇਸ ਨੂੰ ਮੰਨਿਆ ਜਾਵੇ। ਇਹ ਰੋਕਾਂ ਲੋਕਤੰਤਰ ਲਈ, ਉਸ ਦੇ ਕੰਮ ਕਰਨ ਲਈ ਜ਼ਰੂਰੀ ਹੁੰਦੀਆਂ ਹਨ। ਅਸਲ ਵਿੱਚ ਜਿਹੜੀ ਲੋਕਤੰਤਰੀ ਸਰਕਾਰ ਹੈ ਉਹ ਪ੍ਰੇਰਨਾ 'ਤੇ ਆਧਾਰਿਤ ਹੁੰਦੀ ਹੈ। ਸਾਡਾ ਸੰਵਿਧਾਨ ਹੋਰ ਕਿਹੜੀਆਂ ਆਜ਼ਾਦੀਆਂ ਦਿੰਦਾ ਹੈ? ਆਪਣੀ ਇੱਛਾ ਅਨੁਸਾਰ ਕਿੱਤਾ ਚੁਣਨ ਦੀ ਗਰੰਟੀ ਦਿੰਦਾ। ਦੱਸਿਆ ਸੀ ਨਾ ਤੁਹਾਨੂੰ, ਇਹ ਜ਼ਰੂਰੀ ਹੈ ਲੋਕਤੰਤਰੀ ਸਮਾਜ ਦੇ ਵਿਕਾਸ ਲਈ ਵੀ। ਹਰ ਕੋਈ ਵਿਅਕਤੀ ਆਪਣੀ ਮਨਪਸੰਦ ਕਿੱਤੇ ਦੀ ਚੋਣ ਕਰ ਸਕਦਾ ਹੈ। ਆਪਾਂ ਸੁਤੰਤਰਤਾ ਦੇ ਅਧਿਕਾਰ ਦੀ ਗੱਲ ਕਰ ਰਹੇ ਹਾਂ ਬੇਟਾ, ਆਜ਼ਾਦੀ ਦਾ ਅਧਿਕਾਰ।
ਅਨੁਛੇਦ 20 ਤੋਂ 22 ਨਾਗਰਿਕਾਂ ਨੂੰ ਵਿਅਕਤੀਗਤ ਸੁਤੰਤਰਤਾ ਪ੍ਰਦਾਨ ਕਰਦੇ ਹਨ। 20 ਵਿੱਚ ਕੀ ਪ੍ਰੋਵੀਜ਼ਨ ਹੈ, ਵਿਵਸਥਾ ਕੀ ਹੈ? ਪਹਿਲਾਂ ਦੇਖੋ, ਵਿਅਕਤੀ ਨੂੰ ਕਿਸੇ ਅਜਿਹੇ ਕਾਨੂੰਨ ਦੀ ਉਲੰਘਣਾ ਕਰਨ ਦੀ ਸਜ਼ਾ ਨਹੀਂ ਦਿੱਤੀ ਜਾ ਸਕਦੀ ਜੋ ਕਾਨੂੰਨ ਉਸ ਦੇ ਅਪਰਾਧ ਸਮੇਂ ਲਾਗੂ ਹੀ ਨਹੀਂ ਸੀ। ਦੇਖੋ ਧਿਆਨ ਨਾਲ, ਜਿਹੜਾ ਕਾਨੂੰਨ ਉਸ ਦੇ ਅਪਰਾਧ ਕਰਨ ਵੇਲੇ ਲਾਗੂ ਨਹੀਂ ਸੀ, ਉਸ ਕਾਨੂੰਨ ਦੀ ਉਲੰਘਣਾ ਕਰਨ ਲਈ ਸਜ਼ਾ ਨਹੀਂ ਦਿੱਤੀ ਜਾ ਸਕਦੀ। ਦੂਸਰਾ, ਕਿਸੇ ਵਿਅਕਤੀ ਨੂੰ ਇੱਕ ਅਪਰਾਧ ਦੀ ਇੱਕ ਤੋਂ ਵੱਧ ਵਾਰ ਸਜ਼ਾ ਨਹੀਂ ਦਿੱਤੀ ਜਾ ਸਕਦੀ। ਤੀਜਾ, ਕਿਸੇ ਵਿਅਕਤੀ ਨੂੰ ਖੁਦ ਆਪਣੇ ਵਿਰੁੱਧ ਗਵਾਹੀ ਦੇਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਜਿਵੇਂ ਉਹ ਟਾਰਚਰ ਕਰਕੇ ਮਨਵਾਉਂਦੇ ਹੁੰਦੇ ਨਾ, ਉਸ ਤਰ੍ਹਾਂ ਬੇਟਾ। ਹਾਂ, ਇਹ ਦੇਖੋ ਬੇਟਾ, ਇੱਕ ਹੋਰ ਇੰਪੋਰਟੈਂਟ ਆਜ਼ਾਦੀ ਦਾ ਅਧਿਕਾਰ ਮਿਲਿਆ ਹੋਇਆ ਆਰਟੀਕਲ 21 ਦੇ ਅਧੀਨ। ਇਹ ਕੀ ਕਹਿੰਦਾ ਹੈ ਕਿ ਇਸ ਅੰਡਰ ਉਹ ਵਿਵਸਥਾ ਹੈ ਕਿ ਕਾਨੂੰਨ ਦੁਆਰਾ ਸਥਾਪਿਤ ਵਿਧੀ ਤੋਂ ਬਿਨਾਂ ਅਕੋਰਡਿੰਗ ਟੂ ਪ੍ਰੋਸੀਜਰ ਐਸਟੈਬਲਿਸ਼ਡ ਬਾਈ ਲਾ, ਇਸ ਤੋਂ ਬਿਨਾਂ ਕਿਸੇ ਵਿਅਕਤੀ ਨੂੰ ਉਸਦੇ ਜੀਵਨ, ਲਾਈਫ ਤੋਂ ਅਤੇ ਵਿਅਕਤੀਗਤ ਸੁਤੰਤਰਤਾ ਤੋਂ ਵਾਂਝਿਆ ਨਹੀਂ ਕੀਤਾ ਜਾ ਸਕਦਾ। ਹਰੇਕ ਨੂੰ ਜੀਵਨ ਦਾ ਅਧਿਕਾਰ ਹੈ, ਆਜ਼ਾਦੀ ਨਾਲ ਘੁੰਮਣ ਫਿਰਨ ਦਾ ਅਧਿਕਾਰ ਹੈ। ਆਰਟੀਕਲ 21 ਇਹ ਕਹਿੰਦਾ ਬਿਨਾਂ ਕਾਨੂੰਨੀ ਕਾਰਵਾਈ ਤੋਂ ਜਾਂ ਕਾਨੂੰਨੀ ਵਿਵਸਥਾ ਤੋਂ ਇਹ ਜਿਹਾ ਕੋਈ ਵਿਅਕਤੀ ਕਿਸੇ ਨੂੰ ਕੈਦ ਨਹੀਂ ਕਰ ਸਕਦਾ, ਕਿਸੇ ਦੀ ਲਾਈਫ ਨੂੰ ਥ੍ਰੈਟਨ ਨਹੀਂ ਕਰ ਸਕਦਾ। ਹੁਣ ਤੱਕ ਤਾਂ ਬੇਟਾ ਆਪਾਂ ਗੱਲ ਕੀਤੀ ਸਮਾਜ ਵਿੱਚ ਵਿਚਰਨ ਵਾਲੇ ਸਾਰੇ ਨਾਗਰਿਕਾਂ ਦੀ, ਵੀ ਉਹਨਾਂ ਨੂੰ ਆਜ਼ਾਦੀ ਮਿਲੀ ਹੋਈ ਹੈ। ਇਸ ਤੋਂ ਵੀ ਵੱਧ ਕੇ ਕੈਦੀਆਂ ਸੰਬੰਧੀ ਵੀ ਅਧਿਕਾਰ ਦਿੱਤੇ ਗਏ ਆ। ਆਰਟੀਕਲ 22 ਜਿਹੜਾ ਅਨੁਛੇਦ 22, ਉਹ ਦੇਖਿਓ ਕੈਦੀਆਂ ਨੂੰ ਕੀ ਅਧਿਕਾਰ ਦਿੰਦਾ। ਕਿਸੇ ਵੀ ਵਿਅਕਤੀ ਨੂੰ ਉਸ ਦੇ ਅਪਰਾਧ ਤੋਂ ਜਾਣੂ ਕਰਵਾਏ ਬਿਨਾਂ ਬੰਦੀ ਨਹੀਂ ਬਣਾਇਆ ਜਾ ਸਕਦਾ, ਕੈਦ ਨਹੀਂ ਕੀਤਾ ਜਾ ਸਕਦਾ, ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ। ਜੇ ਕਿਸੇ ਦਾ ਅਪਰਾਧ ਹੀ ਨਹੀਂ ਕੋਈ ਤੇ ਕਿਉਂ ਫੜੇ ਕੋਈ ਵੀ। ਦੂਸਰਾ, ਅਪਰਾਧੀ ਨੂੰ ਕੈਦ ਕਰਨ ਤੋਂ 24 ਘੰਟਿਆਂ ਦੇ ਅੰਦਰ ਅੰਦਰ ਵਿਦਿਨ 24 ਆਵਰਸ ਨੇੜੇ ਦੇ ਮੈਜਿਸਟ੍ਰੇਟ ਸਾਹਮਣੇ ਪੇਸ਼ ਕਰਨਾ ਜ਼ਰੂਰੀ ਹੈ ਵੀ ਭਾਈ ਅਸੀਂ ਇਹ ਬੰਦਾ ਫੜਿਆ ਤੇ ਇਹਦਾ ਇਹ ਅਪਰਾਧ ਹੈ। ਸਮਝ ਗਏ ਨਾ? ਫਿਰ ਉੱਥੋਂ ਇਜਾਜ਼ਤ ਮਿਲਦੀ ਹੈ ਇਹਨੂੰ ਪੁਲਿਸ ਦੇ ਹਵਾਲੇ ਰੱਖਣਾ ਕਿ ਕੈਦ 'ਚ ਰੱਖਣਾ। ਤੀਸਰਾ, ਅਦਾਲਤ ਦੀ ਆਗਿਆ ਤੋਂ ਬਿਨਾਂ ਕਿਸੇ ਦੋਸ਼ੀ ਨੂੰ 24 ਘੰਟਿਆਂ ਤੋਂ ਵੱਧ ਸਮੇਂ ਲਈ ਕੈਦ ਵਿੱਚ ਨਹੀਂ ਰੱਖਿਆ ਜਾ ਸਕਦਾ। ਨੋਟ ਕਰ ਲਓ, ਜੇ ਤੁਹਾਨੂੰ ਆਪਣੇ ਅਧਿਕਾਰ ਦਾ ਪਤਾ ਨਹੀਂ ਨਾ, ਤੇ ਆਪਾਂ ਇਨਸਾਨ ਨਹੀਂ, ਆਪਾਂ ਜਾਨਵਰ ਹਾਂ, ਤੁਹਾਨੂੰ ਆਪਣੇ ਅਧਿਕਾਰਾਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਜੇ ਕੋਈ ਆਦਮੀ ਗ੍ਰਿਫਤਾਰ ਹੁੰਦਾ, ਕੌਣ ਕਰਦਾ ਤੁਹਾਨੂੰ ਪਤਾ ਹੀ ਹੈ, ਪੁਲਿਸ। ਡਰਨ ਦੀ ਕੋਈ ਲੋੜ ਨਹੀਂ। 24 ਘੰਟਿਆਂ ਦੇ ਅੰਦਰ ਅੰਦਰ ਅਦਾਲਤ ਦੀ ਆਗਿਆ ਤੋਂ ਬਿਨਾਂ ਕੈਦ ਨਹੀਂ ਰੱਖਣਾ। ਜੇ ਅਦਾਲਤ ਆਗਿਆ ਦਊਗੀ 24 ਘੰਟੇ ਦੇ ਅੰਦਰ ਅੰਦਰ ਅੱਗੇ ਕੈਦ ਰੱਖਣ ਦੀ ਜਾਂ ਰਿਮਾਂਡ 'ਚ ਰੱਖਣ ਦੀ, ਫੇਰ ਹੀ ਰੱਖਿਆ ਜਾ ਸਕਦਾ। ਇਹ ਵੇਖ ਲਓ, ਕੈਦੀਆਂ ਨੂੰ ਵੀ ਅਧਿਕਾਰ ਮਿਲਿਆ, ਯਾਨੀ ਨਜਾਇਜ਼ ਕਿਸੇ ਨੂੰ ਅਪਰਾਧੀ ਨਹੀਂ ਠਹਿਰਾਇਆ ਜਾ ਸਕਦਾ ਜਾਂ ਕੈਦੀ ਬਣਾ ਕੇ ਨਹੀਂ ਰੱਖਿਆ ਜਾ ਸਕਦਾ। ਇਹ ਆਪਣੇ ਸੰਵਿਧਾਨ ਦੀ ਖਾਸੀਅਤ ਹੈ, ਵਿਸ਼ੇਸ਼ਤਾ। ਤੁਹਾਡੀ ਪਾਠ ਪੁਸਤਕ ਵਿੱਚ ਇੱਕ ਨਿੱਕੀ ਜਿਹੀ ਨੰਨੀ ਮੁੰਨੀ ਪਿਆਰੀ ਬੱਚੀ ਹੈ, ਉਹਦੇ ਹੱਥ 'ਚ ਸਲੇਟ ਫੜੀ ਹੋਈ ਹੈ, ਉੱਤੇ ਲਿਖਿਆ ਹੈ ਰਾਈਟ ਟੂ ਐਜੂਕੇਸ਼ਨ। ਯੂਨੀਫਾਰਮ ਪਾਈ ਹੋਈ ਹੈ ਬੱਚੀ ਦੇ, ਬੜੀਆਂ ਸੋਹਣੀਆਂ ਪੋਨੀਸ ਕੀਤੀਆਂ ਹੋਈਆਂ, ਮੱਥੇ ਤੇ ਵਾਲ ਆਏ ਹੋਏ ਆ, ਪਿਆਰੀ ਪਿਆਰੀ ਲੱਗਦੀ, ਗੋਲ ਜਿਹੇ ਮੂੰਹ ਵਾਲੀ। ਇਹ ਕੀ ਦੱਸ ਰਹੀ ਹੈ ਪਤਾ ਤੁਹਾਨੂੰ? ਤੁਹਾਡੀ ਕਿਤਾਬ ਵਿੱਚ ਪਾਠ ਪੁਸਤਕ ਖੋਲ੍ਹ ਕੇ ਦੇਖਿਓ। ਇਹ ਦੱਸ ਰਹੀ ਹੈ ਕਿ ਆਰਟੀਕਲ 21A ਦੇ ਅਧੀਨ ਕੀ ਦੱਸ ਰਹੀ ਹੈ? ਆਰਟੀਕਲ 21A ਦੇ ਅਧੀਨ ਜਿਹੜਾ ਸੁਤੰਤਰਤਾ ਦਾ ਅਧਿਕਾਰ ਹੈ, ਉਸ ਦੇ ਅੰਡਰ ਇੱਕ ਸਿੱਖਿਆ ਦਾ ਅਧਿਕਾਰ ਮਿਲ ਗਿਆ, ਮੌਲਿਕ ਅਧਿਕਾਰ ਵਿੱਚ ਹੀ ਸ਼ਾਮਲ ਹੋ ਗਿਆ। ਸੰਵਿਧਾਨ ਦੀ 86ਵੀਂ ਸੋਧ ਰਾਹੀਂ 2002 ਵਿੱਚ ਨਾਗਰਿਕਾਂ ਨੂੰ ਮੁਫਤ ਤੇ ਜ਼ਰੂਰੀ ਸਿੱਖਿਆ ਦਾ ਅਧਿਕਾਰ ਦਿੱਤਾ ਗਿਆ ਹੈ। ਯਾਨੀ ਇਹ ਖਾਸ ਤੌਰ 'ਤੇ ਬੱਚਿਆਂ ਨੂੰ ਹੈ, ਜਿਸ ਦੇ ਅਧੀਨ 6 ਤੋਂ 14 ਸਾਲ ਦੇ ਬੱਚੇ ਜਿਹੜੇ ਭਾਰਤ ਦੇ ਨਾਗਰਿਕ ਹਨ, ਉਹਨਾਂ ਨੂੰ ਸਿੱਖਿਆ ਜ਼ਰੂਰੀ ਅਤੇ ਮੁਫਤ ਦਿੱਤੀ ਜਾਵੇਗੀ। ਠੀਕ ਹੈ ਨਾ? ਜਿਨ੍ਹਾਂ ਨੇ ਭਾਰਤ ਦੇ ਨਾਗਰਿਕ ਬਣਨਾ, ਜਿਨ੍ਹਾਂ ਨੂੰ ਵੋਟ ਦਾ ਅਧਿਕਾਰ 18 ਸਾਲ ਦੀ ਉਮਰ ਵਿੱਚ ਮਿਲਣਾ, ਉਹ ਸਾਰੇ ਬੱਚੇ
ਜਿਹੜੇ ਭਾਰਤ ਵਿੱਚ ਰਹਿ ਰਹੇ ਆ ਉਹਨਾਂ ਦੀ 6 ਤੋਂ 14 ਸਾਲ ਤੱਕ ਦੀ ਪੜ੍ਹਾਈ ਜ਼ਰੂਰੀ ਕਰ ਦਿੱਤੀ ਗਈ ਹੈ ਤੇ ਨਾਲ ਮੁਫਤ ਵੀ ਕੀਤੀ ਹੈ। ਸਰਕਾਰੀ ਸਕੂਲਾਂ ਵਿੱਚ ਕੋਈ ਫੀਸ ਅਜਿਹੇ ਬੱਚਿਆਂ ਤੋਂ ਨਹੀਂ ਲੈ ਸਕਦਾ। ਧਿਆਨ ਰੱਖਿਓ, ਇਹ ਗੌਰਮੈਂਟ ਨੇ ਅਜਿਹਾ ਪ੍ਰਬੰਧ ਕੀਤਾ। ਇਸ ਤੋਂ ਵੀ ਇਲਾਵਾ ਆਪਣੀ ਪੰਜਾਬ ਸਰਕਾਰ ਨੇ ਗੁਣਾਤਮਕ ਸਿੱਖਿਆ ਦੇਣ ਲਈ ਬੇਟਾ ਇਸੇ ਅਧਿਕਾਰ ਦੇ ਅਧੀਨ ਸਾਰੇ ਪ੍ਰੋਵੀਜ਼ਨ ਜੋ ਸਹੂਲਤਾਂ ਸਕੂਲਾਂ ਵਿੱਚ ਹੋਣੀਆਂ ਚਾਹੀਦੀਆਂ ਹਨ ਉਹ ਪ੍ਰੋਵਾਈਡ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਬਹੁਤੇ ਸਕੂਲ ਤਾਂ ਸਮਾਰਟ ਬਣ ਚੁੱਕੇ ਹਨ ਅਤੇ ਕੁਝ ਇੱਕ ਜਿਹੜੇ ਆ ਰਹਿੰਦੇ ਆ ਉਹ ਆਉਣ ਵਾਲੇ ਸਮੇਂ 'ਚ ਸਮਾਰਟ ਬਣ ਜਾਣਗੇ। ਕਲਾਸਾਂ ਵਿੱਚ ਕੰਪਿਊਟਰ ਨਾਲ ਪੜ੍ਹਾਈ, ਵਧੀਆ ਅਤੇ ਯੋਗ ਅਧਿਆਪਕ, ਇਹ ਇਸੇ ਅਧਿਕਾਰ ਦੀ ਦੇਣ ਆ ਪੁੱਤ। ਅਤੇ ਗ੍ਰਾਂਟਾਂ ਇੰਨੀਆਂ ਮਿਲ ਰਹੀਆਂ ਸਕੂਲਾਂ ਨੂੰ ਕਿ ਖਰਚਣ ਤੋਂ ਵੇਲ ਨਹੀਂ ਮਿਲ ਰਹੀ। ਅਤੇ ਤੁਸੀਂ ਆਪ ਦੇਖ ਲਓ ਸਿੱਖਿਆ ਦੇ ਅਧਿਕਾਰ ਦੇ ਕਾਨੂੰਨ ਨੇ ਕੀ ਚਮਤਕਾਰ ਲਿਆ ਕੇ ਦਿੱਤੇ ਹੈ। ਥੈਂਕਸ ਟੂ ਆਲ who implemented honestly this act। ਸਭ ਦਾ ਧੰਨਵਾਦ ਜਿਨ੍ਹਾਂ ਨੇ ਇਮਾਨਦਾਰੀ ਨਾਲ ਇਸ ਕਾਨੂੰਨ ਦੀ ਪਾਲਣਾ ਕੀਤੀ ਹੈ ਅਤੇ ਲਾਗੂ ਕੀਤਾ ਹੈ ਬਿਨਾਂ ਕਿਸੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ। ਆਓ ਦੇਖੀਏ ਬੇਟਾ ਅਗਲਾ ਆਪਣਾ ਅਧਿਕਾਰ ਕਿਹੜਾ ਹੈ। ਸ਼ੋਸ਼ਣ ਦੇ ਵਿਰੁੱਧ ਅਧਿਕਾਰ ਬਾਰੇ ਜਾਣਕਾਰੀ ਹਾਸਲ ਕਰੀਏ। ਮਾਨਤਾ ਅਤੇ ਸੁਤੰਤਰਤਾ ਦੇ ਅਧਿਕਾਰ ਤੋਂ ਬਾਅਦ ਬੇਟਾ ਸ਼ੋਸ਼ਣ ਦੇ ਵਿਰੁੱਧ ਵੀ ਅਧਿਕਾਰ ਇੱਕ ਦਿੱਤਾ ਗਿਆ ਹੈ। ਇਹ ਅਨੁਛੇਦ 23 ਤੋਂ 24 ਵਿੱਚ ਹੈ। ਇਹ ਅਧਿਕਾਰ ਵਿਅਕਤੀਗਤ ਗੌਰਵ ਨੂੰ ਯਕੀਨੀ ਬਣਾਉਣ ਲਈ ਦਿੱਤਾ ਗਿਆ ਹੈ, ਜਿਸ ਬਾਰੇ ਸਾਡੇ ਸੰਵਿਧਾਨ ਦੀ ਪ੍ਰਸਤਾਵਨਾ, ਜਿਹਨੂੰ ਆਪਾਂ ਪ੍ਰੀਐਂਬਲ ਕਹਿੰਦੇ ਹਾਂ, ਉਹਦੇ ਵਿੱਚ ਘੋਸ਼ਣਾ ਕੀਤੀ ਗਈ ਹੈ। ਆਰਟੀਕਲ 23 ਕੀ ਕਹਿੰਦਾ ਹੈ? ਆਰਟੀਕਲ 23 ਅਨੁਛੇਦ 23 ਕਹਿੰਦਾ ਹੈ ਕਿ ਹਰ ਕਿਸਮ ਦੀ ਬੰਦੂਆ ਮਜ਼ਦੂਰੀ, ਯਾਨੀ ਕਿਸੇ ਨੂੰ ਬੰਧਕ ਬਣਾ ਕੇ ਉਹ ਤੋਂ ਮਜ਼ਦੂਰੀ ਕਰਾਉਣੀ, ਬੇਗਾਰ ਯਾਨੀ ਬਿਨਾਂ ਪੈਸੇ ਦਿੱਤੇ ਕੰਮ ਕਰਾਉਣਾ, ਅਤੇ ਮਨੁੱਖਾਂ ਦੇ ਵਪਾਰ ਨੂੰ ਰੋਕਦਾ ਹੈ। ਮਨੁੱਖਾਂ ਦਾ ਵਪਾਰ ਕੀ ਹੁੰਦਾ ਵੀ ਬੜੇ ਦੇਸ਼ਾਂ ਵਿੱਚ, ਕਈ ਦੇਸ਼ ਜਿਹੜੇ ਗਰੀਬ ਮੁਲਕ ਆ ਉੱਥੇ ਗੁਲਾਮੀ ਜਿਹੜੀ ਹੈ ਹਾਲੇ ਵੀ ਚੱਲਦੀ ਹੈ, ਯਾਨੀ ਬੰਦਿਆਂ ਨੂੰ ਗੁਲਾਮ ਬਣਾ ਕੇ ਉਹਨਾਂ ਦਾ ਵਪਾਰ ਕੀਤਾ ਜਾਂਦਾ ਹੈ, ਉਹਨਾਂ ਨੂੰ ਵੇਚਿਆ ਜਾਂਦਾ। ਜਿੱਥੇ ਮਜ਼ਦੂਰਾਂ ਦੀ ਲੋੜ ਆ, ਜੰਗਲਾਂ ਦੀ ਕਟਾਈ, ਢੋ ਢਵਾਈ, ਪਹਾੜਾਂ ਨੂੰ ਕੱਟਣਾ, ਪੱਥਰ ਕੁੱਟਣੇ, ਇਹੋ ਜਿਹੇ ਕੰਮ ਜਿਹੜੇ ਬਹੁਤ ਮਿਹਨਤ ਵਾਲੇ ਕੰਮ ਵੀ ਕਿੱਥੇ ਕਰਾਇਆ ਜਾਂਦਾ, ਜਿੱਥੇ ਦੁਰਗਮ ਹਾਲਾਤ ਹੋਣ। ਇਸ ਲਈ ਮਨੁੱਖਾਂ ਦਾ ਵਪਾਰ ਜਿਹੜਾ ਉਹਨਾਂ ਨੂੰ ਰੋਕਦਾ ਵੀ ਇਹ ਇਨਸਾਨੀ ਹੱਕਾਂ ਦੇ ਖਿਲਾਫ ਆ। ਇਹਨਾਂ ਪ੍ਰਥਾਵਾਂ ਨੂੰ ਅਮਲ ਵਿੱਚ ਲਿਆਉਣਾ ਇੱਕ ਕਾਨੂੰਨੀ ਅਪਰਾਧ ਹੈ। ਜੇ ਕੋਈ ਇਹੋ ਜਿਹਾ ਕੰਮ ਕਰਦਾ ਤਾਂ ਉਹ ਇਲੀਗਲ ਹੈ। ਕਾਨੂੰਨ ਅਨੁਸਾਰ ਇਹਨਾਂ ਅਪਰਾਧਾਂ ਦੀ ਸਜ਼ਾ ਦਿੱਤੀ ਜਾਂਦੀ ਹੈ। ਜੇ ਕਿਤੇ ਦੇਖਿਆ ਗਿਆ ਕਿ ਮਜ਼ਦੂਰੀ ਜਿਹੜੀ ਹੈ ਕਿਸੇ ਨੂੰ ਬੰਧਕ ਬਣਾ ਕੇ ਕਰਾਈ ਗਈ ਹੈ, ਜਾਂ ਮਨੁੱਖਾਂ ਨੂੰ ਵੇਚਿਆ ਗਿਆ, ਵਪਾਰ ਕੀਤਾ ਗਿਆ ਉਹਨਾਂ ਦਾ, ਜਾਂ ਕੰਮ ਕਰਾਇਆ ਗਿਆ ਪਰ ਪੈਸੇ ਨਹੀਂ ਦਿੱਤੇ ਗਏ, ਉਹਦੀ ਮਿਹਨਤਾਂ ਨਾਲ ਨਹੀਂ ਦਿੱਤਾ ਗਿਆ, ਤਾਂ ਫਿਰ ਇੱਕ ਕਾਨੂੰਨੀ ਅਪਰਾਧ ਹੈ। ਜਨਤਕ ਉਦੇਸ਼ਾਂ ਲਈ ਰਾਜ ਵਿਅਕਤੀਆਂ ਕੋਲੋਂ ਜ਼ਰੂਰੀ ਸੇਵਾਵਾਂ ਲੈ ਸਕਦਾ ਹੈ। ਜਨਤਕ ਉਦੇਸ਼ਾਂ ਲਈ ਯਾਨੀ ਆਪਣੀ ਪਬਲਿਕ ਦੀ ਵੈਲਫੇਅਰ ਲਈ। ਪਰ ਅਜਿਹਾ ਕਰਦੇ ਸਮੇਂ ਕਿਸੇ ਵੀ ਵਿਅਕਤੀ ਨਾਲ ਧਰਮ, ਜਾਤੀ, ਲਿੰਗ, ਜਨਮ ਸਥਾਨ ਦੇ ਆਧਾਰ 'ਤੇ ਵਿਤਕਰਾ ਨਹੀਂ ਕੀਤਾ ਜਾ ਸਕਦਾ। ਹੁਣ ਤੁਸੀਂ ਟੀਕਾਕਰਨ ਵਿੱਚ ਵੇਖਿਆ ਹੋਊਗਾ, ਬਿਨਾਂ ਕਿਸੇ ਧਾਰਮਿਕ ਭੇਦਭਾਵ ਦੇ ਸਾਰੇ ਕਿਤੇ ਟੀਕਾਕਰਨ ਅਲੱਗ-ਅਲੱਗ ਸੰਸਥਾਵਾਂ ਦੁਆਰਾ ਕਰਾਇਆ ਜਾ ਰਿਹਾ ਹੈ। ਅਨੁਛੇਦ 24 ਬੱਚਿਆਂ ਦੀ ਸੁਰੱਖਿਆ ਲਈ ਹੈ। 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਫੈਕਟਰੀਆਂ, ਖਾਣਾ ਅਤੇ ਹੋਰ ਜ਼ੋਖਮ ਭਰੇ ਸਥਾਨਾਂ 'ਤੇ ਕੰਮ ਲੈਣ 'ਤੇ ਰੋਕ ਲਗਾਈ ਗਈ ਹੈ। ਚਾਈਲਡ ਲੇਬਰ ਬੈਨ ਕੀਤੀ ਗਈ ਹੈ। ਖਿਆਲ ਰੱਖਿਓ, ਚਾਈਲਡ ਲੇਬਰ ਬੈਨ ਹੈ, ਚਾਹੇ ਉਹ ਫੈਕਟਰੀਆਂ, ਚਾਹੇ ਖਤਰਨਾਕ ਥਾਂ ਜਿਵੇਂ ਖਾਣਾ ਹੁੰਦੀਆਂ ਜਿੱਥੇ ਗੈਸ ਘੱਟ ਹੁੰਦੀ ਹੈ, ਆਕਸੀਜਨ ਆਪਾਂ ਜ਼ਰੂਰੀ ਹੈ, ਅਤੇ ਫਿਰ ਜ਼ੋਖਮ ਭਰੇ ਹੋਰ ਸਥਾਨ ਜਿੱਥੇ ਬੱਚਿਆਂ ਦੀ ਸਿਹਤ ਨੂੰ ਖਤਰਾ ਹੋ ਸਕਦਾ ਹੈ। ਜਿਵੇਂ ਇੱਕ ਬਿਹਾਰ ਵਿੱਚ ਜਗ੍ਹਾ ਜਿੱਥੇ ਕਹਿੰਦੇ ਯੂਰੇਨੀਅਮ ਜਿਹੜਾ ਉਹਦਾ ਉਤਪਾਦਨ ਕੀਤਾ ਜਾਂਦਾ,
ਉਹੋ ਜਿਹੀਆਂ ਜਗ੍ਹਾ 'ਤੇ ਜਿੱਥੇ ਰੇਡੀਏਸ਼ਨ ਦਾ ਡਰ ਹੈ, ਤਾਂ ਵੱਡਿਆਂ ਨੂੰ ਵੀ ਡਰ ਰਹਿੰਦਾ, ਅਤੇ ਛੋਟੇ ਬੱਚਿਆਂ ਨੂੰ ਤਾਂ ਬਿਲਕੁਲ ਨਹੀਂ ਅਜਿਹੇ ਕੰਮਾਂ 'ਤੇ ਲਾਉਣਾ ਚਾਹੀਦਾ। ਇਹ ਅਨੁਛੇਦ 24 ਬੱਚਿਆਂ ਦੀ ਰੱਖਿਆ ਕਰਦਾ ਹੈ। ਬੇਟਾ ਆਪਾਂ ਵੇਖਿਆ ਜਿਵੇਂ ਵੱਖ-ਵੱਖ ਤਰ੍ਹਾਂ ਦੇ ਧਰਮ ਪੰਥ ਜਿਹੜੇ ਆ ਦੁਨੀਆ 'ਤੇ ਚੱਲ ਰਹੇ ਹੈ। ਹਰ ਇਲਾਕੇ ਵਿੱਚ ਜ਼ਰੂਰੀ ਨਹੀਂ ਕਿ ਇੱਕੋ ਧਰਮ ਦੇ ਲੋਕ ਜਾਂ ਇੱਕੋ ਪੰਥ ਨੂੰ ਮੰਨਣ ਵਾਲੇ ਰਹਿੰਦੇ ਹੋਣ। ਤਕਰੀਬਨ ਸਭ ਜਗ੍ਹਾ 'ਤੇ ਅਲੱਗ-ਅਲੱਗ ਧਰਮਾਂ ਨੂੰ, ਅਲੱਗ-ਅਲੱਗ ਵਿਸ਼ਵਾਸਾਂ ਨੂੰ, ਅਲੱਗ-ਅਲੱਗ ਪੰਥਾਂ ਨੂੰ ਮੰਨਣ ਵਾਲੇ ਲੋਕ ਰਹਿ ਰਹੇ ਹੈ। ਹੁਣ ਭਾਰਤ ਇੱਕ ਬਹੁਤ ਸੋਹਣੀ ਫੁਲਵਾੜੀ ਹੈ, ਜਿੱਥੇ ਸਾਰੇ ਧਰਮਾਂ ਨੂੰ ਮੰਨਣ ਵਾਲੇ ਲੋਕ ਆਪਸ ਵਿੱਚ ਮਿਲ ਜੁਲ ਕੇ ਰਹਿੰਦੇ ਆ ਅਤੇ ਇੱਕ ਦੂਜੇ ਦੇ ਧਰਮ ਦੀ ਕਦਰ ਵੀ ਕਰਦੇ ਹੈ। ਧਰਮ ਜਿਨ੍ਹਾਂ ਪੈਰੋਕਾਰਾਂ ਨੇ ਚਲਾਏ ਹੈ, ਉਹਨਾਂ ਨੇ ਆਪਣੇ ਸਮੇਂ ਦੇ ਮੁਤਾਬਕ ਸਹੀ ਗੱਲਾਂ ਦੱਸੀਆਂ, ਜਿਨ੍ਹਾਂ ਨੂੰ ਮੰਨ ਕੇ ਆਦਮੀ ਸਿੱਧੇ ਰਾਹ 'ਤੇ ਪੈਂਦਾ ਹੈ। ਪਰ ਕੁਝ ਸਵਾਰਥੀ ਇਨਸਾਨ ਇਹਨਾਂ ਵਿੱਚ ਕਲੈਸ਼, ਜਿਨ੍ਹਾਂ ਨੂੰ ਮੈਂ ਪੰਜਾਬੀ ਵਿੱਚ ਕਲੇਸ਼ ਹੀ ਕਹਿੰਦਾ ਹੁੰਦਾ, ਲੱਭਦੇ ਹੈ ਅਤੇ ਫਿਰ ਇਨਸਾਨੀਅਤ ਨੂੰ ਇਨਸਾਨੀਅਤ ਨਾਲ ਲੜਾਉਣ ਲਈ ਹਥਿਆਰ ਦੇ ਤੌਰ 'ਤੇ ਵਰਤਦੇ ਹੈ। ਪਰ ਇਹ ਫੁਲਵਾੜੀ ਦੀ ਜਿੱਤ ਹੀ ਹੁੰਦੀ ਹੈ। ਰੰਗ ਬਰੰਗੇ ਫੁੱਲ ਹਮੇਸ਼ਾ ਜੁੜ ਕੇ ਹੀ ਗੁਲਦਸਤਾ ਬਣਦੇ ਹੈ, ਅਤੇ ਭਾਰਤ ਦੇ ਸੰਵਿਧਾਨ ਨੇ ਵੀ ਇਸੇ ਫੁਲਵਾੜੀ ਨੂੰ ਪ੍ਰੋਟੈਕਸ਼ਨ ਦਿੱਤੀ ਹੈ, ਰਾਈਟ ਟੂ ਫਰੀਡਮ ਆਫ ਰਿਲੀਜਨ ਦੇ ਕੇ, ਯਾਨੀ ਧਾਰਮਿਕ ਸੁਤੰਤਰਤਾ ਦਾ ਅਧਿਕਾਰ ਦੇ ਕੇ, ਜਿਹੜਾ ਕਿ ਅਨੁਛੇਦ 25 ਤੋਂ 28 ਵਿੱਚ ਸ਼ਾਮਲ ਹੈ। ਅਨੁਛੇਦ 25 ਕਹਿੰਦਾ ਹੈ ਕਿ ਸਾਰੇ ਵਿਅਕਤੀਆਂ ਨੂੰ ਕਿਸੇ ਵੀ ਧਰਮ ਨੂੰ ਅਪਣਾਉਣ ਲਈ, ਵਿਸ਼ਵਾਸ ਅਤੇ ਉਪਾਸਨਾ ਦੀ ਆਜ਼ਾਦੀ ਲਈ ਪੂਰੀ ਖੁੱਲ੍ਹ ਹੈ। ਇਹ ਅਧਿਕਾਰ ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਦਿੱਤੇ ਭਾਰਤ ਦੇ ਧਰਮ ਨਿਰਪੱਖ ਹੋਣ ਦੇ ਉਦੇਸ਼ ਨੂੰ ਪੂਰਾ ਕਰਨ ਲਈ ਦਿੱਤਾ ਗਿਆ ਹੈ। ਯਾਨੀ ਆਪਾਂ ਨੂੰ ਕੀ ਕਿਹਾ ਗਿਆ ਹੈ, ਆਪਾਂ ਸੈਕੂਲਰ ਹਾਂ, ਭਾਰਤੀ ਲੋਕ ਸੈਕੂਲਰ ਹੈ। ਸੈਕੂਲਰ ਦਾ ਮਤਲਬ ਕਿਸੇ ਇੱਕ ਧਰਮ ਨੂੰ ਨਹੀਂ ਮੰਨਦੇ, ਸਾਰੇ ਧਰਮਾਂ ਨੂੰ ਮੰਨਦੇ ਆ, ਬਰਾਬਰ ਸਮਝਦੇ ਆ। ਧਾਰਮਿਕ ਆਜ਼ਾਦੀ ਦਾ ਅਧਿਕਾਰ ਭਾਰਤ ਵਿੱਚ ਰਹਿ ਰਹੇ ਵਿਦੇਸ਼ੀਆਂ ਨੂੰ ਵੀ ਸਮਾਨ ਰੂਪ ਵਿੱਚ ਪ੍ਰਾਪਤ ਹੈ। ਇੱਥੋਂ ਤੱਕ ਕਿ ਨਾਸਤਕ ਰਹਿਣ ਦੀ ਵੀ ਆਜ਼ਾਦੀ ਹੈ, ਕਿਸੇ ਨਾਸਤਕ ਨਾਲ ਵੀ ਭੇਦਭਾਵ ਨਹੀਂ ਕੀਤਾ ਜਾ ਸਕਦਾ। ਇਹ ਦੇਖੋ ਆਰਟੀਕਲ 26 ਧਾਰਮਿਕ ਸੁਤੰਤਰਤਾ ਦੇ ਅਧੀਨ ਕੀ ਕਹਿੰਦਾ ਹੈ ਕਿ ਲੋਕਾਂ ਨੂੰ ਆਪਣੇ ਧਰਮ ਦਾ ਪ੍ਰਚਾਰ ਕਰਨ, ਧਾਰਮਿਕ ਸੰਸਥਾਵਾਂ ਸਥਾਪਿਤ ਕਰਨ, ਉਸ ਵਿੱਚ ਚੱਲ ਅਤੇ ਅਚਲ ਸੰਪਤੀ ਰੱਖਣ ਅਤੇ ਉਸ ਦਾ ਪ੍ਰਬੰਧ ਕਰਨ ਦੀ ਆਜ਼ਾਦੀ ਦਿੱਤੀ। ਪਰ ਇਸ ਦੇ ਨਾਲ ਨਾਲ ਜਨਤਕ ਵਿਵਸਥਾ ਜਿਵੇਂ ਸਿਹਤ ਅਤੇ ਨੈਤਿਕਤਾ, ਇਹਦਾ ਖਿਆਲ ਰੱਖਣਾ ਜ਼ਰੂਰੀ ਹੈ। ਇਹਨਾਂ ਦੇ ਸ਼ਬਦਾਂ 'ਚ ਆਪਾਂ ਦੱਸੀਏ, ਧਾਰਮਿਕ ਅਤੇ ਭਲਾਈ ਦੇ ਉਦੇਸ਼ਾਂ ਅਤੇ ਧਰਮ ਦੇ ਪ੍ਰਚਾਰ ਲਈ ਸਭ ਨੂੰ ਸੰਸਥਾਵਾਂ ਸਥਾਪਿਤ ਕਰਨ ਅਤੇ ਉਹਨਾਂ ਨੂੰ ਚਲਾਉਣ ਦਾ ਅਧਿਕਾਰ ਹੈ, ਚਾਹੇ ਉਹ ਧਾਰਮਿਕ ਉਦੇਸ਼ ਹੋਣ, ਚਾਹੇ ਉਹ ਪਰਉਪਕਾਰ ਦੇ ਉਦੇਸ਼ ਹੋਣ। ਇਹਨਾਂ ਸੰਸਥਾਵਾਂ ਨੂੰ ਧਰਮ ਦੇ ਮਾਮਲਿਆਂ ਵਿੱਚ ਚੱਲ ਅਚਲ ਸੰਪੱਤੀ ਤੁਹਾਨੂੰ ਦੱਸਿਆ ਜਿਵੇਂ ਉਹ ਰੱਖਣ ਅਤੇ ਉਹਦਾ ਪ੍ਰਬੰਧ ਕਰਨ ਲਈ ਕਾਨੂੰਨ ਦੇ ਮੁਤਾਬਕ ਚੱਲ ਅਚਲ ਸੰਪੱਤੀ ਰੱਖਣ ਅਤੇ ਉਸ ਨੂੰ ਚਲਾਉਣ ਦਾ ਪੂਰਾ ਅਧਿਕਾਰ ਹੈ। ਅਨੁਛੇਦ 27 ਅਧੀਨ ਧਰਮ ਦੇ ਨਾਂ 'ਤੇ ਜ਼ਬਰਦਸਤੀ ਚੰਦਾ ਲੈਣ ਦੀ ਮਨਾਹੀ ਕੀਤੀ ਗਈ ਹੈ। ਯਾਦ ਹੈ ਨਾ, ਜਜ਼ੀਆ ਟੈਕਸ ਲਗਾਇਆ ਗਿਆ ਸੀ, ਮੁਗਲਾਂ ਦੁਆਰਾ ਵਿਰੋਧ ਹੋਇਆ ਸੀ। ਹਾਂ, ਪਰ ਹੁਣ ਭਾਰਤ ਵਿੱਚ ਧਰਮ ਦੇ ਨਾਂ 'ਤੇ ਕੋਈ ਵੀ ਟੈਕਸ ਲਗਾਇਆ ਨਹੀਂ ਜਾ ਸਕਦਾ, ਉਹ ਵੀ ਜ਼ਬਰਦਸਤੀ। ਕਿਸੇ ਵੀ ਵਿਅਕਤੀ ਕੋਲੋਂ ਕੋਈ ਵੀ ਧਾਰਮਿਕ ਸੰਸਥਾ ਜ਼ਬਰਦਸਤੀ ਉਗਰਾਈ ਨਹੀਂ ਕਰ ਸਕਦੀ। ਆਰਟੀਕਲ 28 ਬੇਟਾ ਦੇਖੋ, ਤੁਹਾਡੇ ਨਾਲ ਹੀ ਥੋੜ੍ਹਾ ਜਿਹਾ ਰਿਲੇਟਡ ਹੈ। ਇਸ ਦੇ ਅਧੀਨ ਵਿਦਿਅਕ ਸੰਸਥਾਵਾਂ ਵਿੱਚ ਧਾਰਮਿਕ ਸਿੱਖਿਆ ਦੇਣ ਦੀ ਮਨਾਹੀ ਕੀਤੀ ਗਈ ਹੈ। ਸਪੈਸ਼ਲੀ ਕਿਸੇ ਰਿਲੀਜਨ ਦੀ ਸਿੱਖਿਆ ਨਹੀਂ ਦਿੱਤੀ ਜਾ ਸਕਦੀ। ਨਿੱਜੀ ਖੇਤਰ ਦੀਆਂ ਵਿਦਿਅਕ ਸੰਸਥਾਵਾਂ ਧਾਰਮਿਕ ਸਿੱਖਿਆ ਦੇ ਸਕਦੀਆਂ ਹਨ, ਪਰ
ਉਹਨਾਂ ਲਈ ਵੀ ਇੱਕ ਪਾਬੰਦੀ ਹੈ ਵੀ ਕਿਸੇ ਵੀ ਬੱਚੇ ਨੂੰ ਧਾਰਮਿਕ ਸਿੱਖਿਆ ਲੈਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਵਿਲਿੰਗਲੀ, ਆਪਣੀ ਇੱਛਾ ਨਾਲ ਕੋਈ ਬੱਚਾ ਧਾਰਮਿਕ ਸਿੱਖਿਆ ਜਾਂ ਕੋਈ ਮਾਪੇ ਚਾਹਣ ਤਾਂ ਆਪਣੇ ਬੱਚਿਆਂ ਨੂੰ ਧਾਰਮਿਕ ਸਿੱਖਿਆ ਦਵਾ ਸਕਦੇ ਆ, ਪਰ ਜ਼ਬਰਦਸਤੀ ਧਾਰਮਿਕ ਸਿੱਖਿਆ ਨਹੀਂ ਦਿੱਤੀ ਜਾ ਸਕਦੀ। ਬੇਟਾ ਆਪਾਂ ਪੰਜਾਬ ਵਿੱਚ ਰਹਿੰਦੇ ਹਾਂ, ਅਕਸਰ ਸੁਣਿਆ ਹੋਊਗਾ ਆਪਾਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਰੱਖਿਆ ਕਰਨੀ। ਹਰ ਇੱਕ ਖੇਤਰ ਦੇ ਵਿਅਕਤੀ ਨੂੰ ਆਪਣੇ ਸਥਾਨਕ ਬੋਲਚਾਲ ਦੇ ਢੰਗ, ਭਾਸ਼ਾ, ਪਹਿਰਾਵਾ, ਖਾਣਾ, ਰੀਤੀ ਰਿਵਾਜ ਇਹਨਾਂ ਸਾਰਿਆਂ ਨਾਲ ਪਿਆਰ ਹੁੰਦਾ, ਕਿਉਂਕਿ ਯੁਗਾਂ ਤੋਂ ਪਤਾ ਨਹੀਂ ਕਿੰਨੇ ਸੈਂਕੜੇ ਹਜ਼ਾਰਾਂ ਸਾਲਾਂ ਤੋਂ ਪਰੰਪਰਾਵਾਂ ਚੱਲੀਆਂ ਆ ਰਹੀਆਂ ਹੁੰਦੀਆਂ, ਜਿਨ੍ਹਾਂ ਨੂੰ ਮੰਨ ਰਹੇ ਹੁੰਦੇ ਸਾਰੇ, ਜਾਂ ਜਿਨ੍ਹਾਂ ਦੀ ਪਾਲਣਾ ਕਰ ਰਹੇ ਹੁੰਦੇ ਆ, ਚਾਹੇ ਉਹਨਾਂ ਦੇ ਪਿੱਛੇ ਕੋਈ ਵਿਗਿਆਨਿਕ ਆਧਾਰ ਹੋਵੇ ਚਾਹੇ ਨਾ ਹੋਵੇ, ਪਰ ਸੈਲੀਬ੍ਰੇਸ਼ਨ ਇਜ਼ ਸੈਲੀਬ੍ਰੇਸ਼ਨ। ਚਾਹੇ ਉਹ ਕਲਚਰਲ ਹੈ ਅਤੇ ਫਿਰ ਐਜੂਕੇਸ਼ਨਲ ਫੀਲਡ ਵਿੱਚ ਵੀ ਕਈ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਮਾਪੇ ਆਪਣੇ ਬੱਚਿਆਂ ਨੂੰ ਸਿਖਾਉਣਾ ਚਾਹੁੰਦੇ ਆ। ਸੁਸਾਇਟੀ ਵੀ ਚਾਹੁੰਦੀ ਹੈ ਸਾਡੇ ਬੱਚੇ ਇਹਨਾਂ ਚੀਜ਼ਾਂ ਤੋਂ ਜਾਣੂ ਰਹਿਣ। ਤਾਂ ਇਹ ਸਾਰੀਆਂ ਚੀਜ਼ਾਂ ਕਲਚਰਲ ਐਂਡ ਐਜੂਕੇਸ਼ਨਲ ਰਾਈਟਸ, ਯਾਨੀ ਕਿ ਸੱਭਿਆਚਾਰਕ ਅਤੇ ਵਿਦਿਅਕ ਅਧਿਕਾਰ ਦੇ ਅੰਡਰ ਸੰਵਿਧਾਨ ਵਿੱਚ ਮੌਲਿਕ ਅਧਿਕਾਰ ਦੇ ਰੂਪ ਵਿੱਚ ਮਿਲੀਆਂ ਹੋਈਆਂ। ਇਸ ਅਧਿਕਾਰ ਦੀ ਚਰਚਾ ਬੇਟੇ ਆਰਟੀਕਲ 29 ਅਤੇ 30 ਵਿੱਚ ਹੋਈ ਹੈ। ਆਰਟੀਕਲ 29 ਕੀ ਕਹਿੰਦਾ ਹੈ, ਜਿੱਥੇ ਕੋਈ ਸਮੁਦਾਇ ਜਾਂ ਕੋਈ ਲੋਕਾਂ ਦਾ ਸਮੂਹ ਘੱਟ ਗਿਣਤੀ ਵਿੱਚ ਹੈ ਤਾਂ ਸੰਵਿਧਾਨ ਉਹਨਾਂ ਨੂੰ ਉਹਨਾਂ ਦੇ ਕਲਚਰ ਯਾਨੀ ਸੰਸਕ੍ਰਿਤੀ, ਭਾਸ਼ਾ ਅਤੇ ਲਿਪੀ ਇਹਨਾਂ ਦੀ ਰੱਖਿਆ ਕਰਨ ਲਈ ਕਾਬਲ ਬਣਾਉਂਦਾ। ਇਸ ਅਧਿਕਾਰ ਅਧੀਨ ਰਾਜ ਦੀ ਜ਼ਿੰਮੇਵਾਰੀ ਲਗਾਈ ਗਈ ਹੈ ਰਾਜ ਸਰਕਾਰ ਦੀ ਕਿ ਉਹ ਆਪਣੀਆਂ ਵਿਦਿਅਕ ਸੰਸਥਾਵਾਂ ਵਿੱਚ ਆਰਥਿਕ ਤੌਰ ਤੇ ਪਿਛੜੇ ਹੋਏ, ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਦੇ ਲੋਕਾਂ ਲਈ ਸੀਟਾਂ ਰਾਖਵੀਆਂ ਰੱਖਣ, ਯਾਨੀ ਇਹਨਾਂ ਦੀ ਪੜ੍ਹਾਈ, ਇਹਨਾਂ ਦੀ ਨੌਕਰੀ ਸੁਰੱਖਿਅਤ ਰਵੇ। ਕਿਸੇ ਪਿਛੜੇਪਨ ਕਰਕੇ ਇਹਨਾਂ ਨੂੰ ਸਰਕਾਰੀ ਸਹੂਲਤਾਂ ਤੋਂ ਵਾਂਝਿਆ ਨਾ ਰੱਖਿਆ ਜਾਵੇ ਜਾਂ ਸਮਾਜਿਕ ਵਿਤਕਰੇ ਦਾ ਸ਼ਿਕਾਰ ਨਾ ਹੋਣ। ਤੇ ਆਰਟੀਕਲ 30 ਕੀ ਕਹਿੰਦਾ? ਆਰਟੀਕਲ 30 ਇਹ ਕਹਿੰਦਾ ਹੈ ਕਿ ਭਾਸ਼ਾ ਤੇ ਧਰਮ ਦੇ ਆਧਾਰ ਤੇ ਘੱਟ ਗਿਣਤੀ ਲੋਕ, ਮਾਈਨੋਰਟੀਜ਼ ਜਿਹੜੀਆਂ, ਉਹ ਆਪਣੀਆਂ ਵਿਦਿਅਕ ਸੰਸਥਾਵਾਂ ਖੋਲ੍ਹ ਸਕਦੀਆਂ। ਘੱਟ ਗਿਣਤੀ ਲੋਕ ਵਿਦਿਅਕ ਸੰਸਥਾਵਾਂ ਖੋਲ੍ਹ ਸਕਦੇ ਹੈ ਅਤੇ ਉਹਨਾਂ ਦਾ ਪ੍ਰਬੰਧ ਚਲਾ ਸਕਦੇ ਹੈ। ਫਿਰ ਰਾਜ ਵਿਦਿਅਕ ਸੰਸਥਾਵਾਂ ਨੂੰ, ਸਟੇਟ ਗੌਰਮੈਂਟ ਜਿਹੜੀ ਹੈ, ਵਿਦਿਅਕ ਸੰਸਥਾਵਾਂ ਨੂੰ ਵਿੱਤੀ ਸਹਾਇਤਾ ਦਿੰਦੇ ਸਮੇਂ, ਯਾਨੀ ਕੋਈ ਗ੍ਰਾਂਟ ਦਿੰਦੇ ਸਮੇਂ ਇਹ ਵਿਤਕਰਾ ਨਹੀਂ ਕਰ ਸਕਦੀ ਕੋਈ ਵੀ ਰਾਜ ਸਰਕਾਰ ਕਿ ਇਹ ਘੱਟ ਗਿਣਤੀ ਵੱਲੋਂ ਚਲਾਈਆਂ ਜਾ ਰਹੀਆਂ ਹਨ। ਇਹ ਕਾਰਨ ਨਹੀਂ ਹੋਣਾ ਚਾਹੀਦਾ ਕਿ ਅਸੀਂ ਗ੍ਰਾਂਟ ਨਹੀਂ ਦੇ ਰਹੇ ਕਿਉਂਕਿ ਇਹ ਘੱਟ ਗਿਣਤੀ ਦੁਆਰਾ ਚਲਾਈਆਂ ਜਾ ਰਹੀਆਂ ਸੰਸਥਾਵਾਂ ਨੇ। ਯਾਨੀ ਰਾਜ ਬਰਾਬਰ ਢੰਗ ਅਪਣਾ ਕੇ ਸਮਾਨਤਾ ਦੇ ਆਧਾਰ 'ਤੇ, ਚਾਹੇ ਬਹੁ ਗਿਣਤੀ ਦੀਆਂ ਸੰਸਥਾਵਾਂ ਅਤੇ ਚਾਹੇ ਘੱਟ ਗਿਣਤੀ ਦੀਆਂ ਸੰਸਥਾਵਾਂ, ਉਹਨਾਂ ਨੂੰ ਗ੍ਰਾਂਟਾਂ ਜਾਰੀ ਕਰੂਗੀ, ਵਿੱਤੀ ਸਹਾਇਤਾ ਦੇਵੇਗੀ। ਹੁਣ ਬੇਟਾ ਅਧਿਕਾਰ ਤਾਂ ਇੰਨੇ ਦੇ ਦਿੱਤੇ, ਮੌਲਿਕ ਅਧਿਕਾਰਾਂ ਦੇ ਅਧੀਨ ਸਮਾਨਤਾ ਦਿੱਤੀ ਹੈ, ਸੁਤੰਤਰਤਾ ਦਿੱਤੀ ਹੈ, ਧਾਰਮਿਕ ਸੁਤੰਤਰਤਾ ਦਿੱਤੀ ਹੈ, ਸੱਭਿਆਚਾਰਕ ਵਿਦਿਅਕ ਅਧਿਕਾਰ ਦਿੱਤੇ ਹੈ, ਪਰ ਅੱਛਾ ਨਾਲ ਦੀ ਨਾਲ ਸ਼ੋਸ਼ਣ ਦੇ ਵਿਰੁੱਧ ਵੀ ਸੱਚ ਇੱਕ ਅਧਿਕਾਰ ਦਿੱਤਾ, ਪਰ ਇਹਨਾਂ ਦੀ ਰੱਖਿਆ ਕਿਵੇਂ ਹੋਊਗੀ? ਮੰਨ ਲਓ ਕਿਸੇ ਸਰਕਾਰ ਨੇ ਕਾਨੂੰਨ ਬਣਾਤਾ, ਉਹਦੇ 'ਚ ਸੁਤੰਤਰਤਾ ਦੇ ਅਧਿਕਾਰ ਦੀ ਉਲੰਘਣਾ ਹੋ ਗਈ, ਸਮਾਨਤਾ ਦੇ ਅਧਿਕਾਰ ਦੀ ਉਲੰਘਣਾ ਹੋ ਗਈ, ਸ਼ੋਸ਼ਣ ਦੇ ਵਿਰੁੱਧ ਅਧਿਕਾਰ ਦੀ ਉਲੰਘਣਾ ਹੋ ਗਈ, ਤਾਂ ਇਨਸਾਨ ਕਿੱਥੇ ਜਾਊ, ਨਾਗਰਿਕ ਕਿੱਥੇ ਜਾਊ? ਇਸ ਲਈ ਸੰਵਿਧਾਨ ਨਿਰਮਾਤਾਵਾਂ ਨੇ ਇਹ ਵੀ ਸੋਚਿਆ ਕਿ ਇਹਨਾਂ ਅਧਿਕਾਰਾਂ ਦੀ ਰੱਖਿਆ ਲਈ ਵੀ
ਇੱਕ ਸੁਪਰ ਰਾਈਟ ਦਿੱਤਾ ਜਾਵੇ, ਯਾਨੀ ਸੁਪਰ ਫੰਡਾਮੈਂਟਲ ਰਾਈਟ, ਜਿਹਨੂੰ ਆਪਾਂ ਰਾਈਟ ਟੂ ਕੌਂਸਟੀਟਿਊਸ਼ਨਲ ਰੈਮਡੀਜ਼ ਕਹਿੰਦੇ ਆ, ਸੰਵਿਧਾਨਕ ਉਪਚਾਰਾਂ ਦਾ ਅਧਿਕਾਰ, ਉਹਦੇ ਬਾਰੇ ਆਪਾਂ ਪੜ੍ਹੀਏ। ਹਾਂਜੀ ਬੇਟਾ, ਲਾਸਟ ਵਿੱਚ ਹੈ ਸੰਵਿਧਾਨਕ ਉਪਚਾਰਾਂ ਦਾ ਅਧਿਕਾਰ, ਜਿਹੜਾ ਅਨੁਛੇਦ 32 ਅਧੀਨ ਦਰਜ ਕੀਤਾ ਗਿਆ ਹੈ। ਸੰਵਿਧਾਨ ਨਿਰਮਾਤਾਵਾਂ ਨੇ ਭਾਰਤ ਦੇ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਨੂੰ ਸੰਵਿਧਾਨ ਵਿੱਚ ਦਰਜ ਤਾਂ ਕੀਤਾ ਹੀ ਹੈ, ਨਾਲ ਇਹਨਾਂ ਅਧਿਕਾਰਾਂ ਨੂੰ ਲਾਗੂ ਕਰਵਾਉਣ ਦਾ ਪ੍ਰਬੰਧ ਵੀ ਕੀਤਾ ਹੋਇਆ ਹੈ। ਭਾਰਤ ਦੇ ਨਾਗਰਿਕ ਮੌਲਿਕ ਅਧਿਕਾਰਾਂ ਦੀ ਉਲੰਘਣਾ ਦੀ ਸੂਰਤ ਵਿੱਚ ਕਿੱਥੇ ਜਾ ਸਕਦੇ ਆ? ਇੱਕ ਤਾਂ ਹਾਈ ਕੋਰਟਸ 'ਚ, ਸਰਵਉੱਚ ਅਦਾਲਤ 'ਚ ਤੇ ਹਾਈ ਕੋਰਟ, ਯਾਨੀ ਆਪਾਂ ਕਹਿ ਸਕਦੇ ਹਾਂ ਰਾਜ ਦੀਆਂ ਜਿਹੜੀਆਂ ਉੱਚ ਅਦਾਲਤਾਂ ਅਤੇ ਸਰਵਉੱਚ ਅਦਾਲਤ, ਇਹਨਾਂ ਵਿੱਚ ਜਾ ਸਕਦੇ ਆ। ਰਾਜ ਦੀਆਂ ਉੱਚ ਅਦਾਲਤਾਂ ਤੇ ਸੁਪਰੀਮ ਕੋਰਟ ਯਾਨੀ ਸਰਵਉੱਚ ਅਦਾਲਤ ਮੌਲਿਕ ਅਧਿਕਾਰਾਂ ਨੂੰ ਲਾਗੂ ਕਰਵਾਉਣ ਲਈ ਕੁਝ ਰਿਟਾਂ ਜਾਰੀ ਕਰ ਸਕਦੀਆਂ, ਜਿਵੇਂ ਪਹਿਲੀ ਹੈ ਹੇਬੀਅਸ ਕਾਰਪਸ, ਇਹਨੂੰ ਬੰਦੀ ਪ੍ਰਤੱਖੀਕਰਨ ਕਹਿੰਦੇ ਪੰਜਾਬੀ 'ਚ। ਬੀ ਹੈ ਮੈਂਡੇਮਸ, ਇਸ ਨੂੰ ਫਰਮਾਨ ਲੇਖ ਜਾਂ ਪਰਮ ਆਦੇਸ਼ ਕਹਿੰਦੇ ਹੈ। ਤੀਸਰੀ ਹੈ ਕੋਵਰੰਟੋ, ਇਸ ਨੂੰ ਅਧਿਕਾਰ ਪ੍ਰੀਖਿਆ ਲੇਖ ਕਹਿੰਦੇ ਹਨ। ਅਗਲੀ ਹੈ ਪ੍ਰੋਹਿਬਿਸ਼ਨ, ਇਸ ਨੂੰ ਮਨਾਹੀ ਦਾ ਲੇਖ ਕਹਿੰਦੇ ਆ, ਮਨਾਹੀ ਲੇਖ। ਤੇ ਲਾਸਟ ਹੈ ਸਰਸ਼ਰੀ, ਸਰਸ਼ਰੀ ਦਾ ਮਤਲਬ ਹੈ ਉਤਪ੍ਰੇਖਣ ਲੇਖ। ਇਹਨਾਂ ਬਾਰੇ ਜੇ ਵਿਸਤਾਰ ਸਹਿਤ ਤੁਸੀਂ ਪੜ੍ਹਨਾ ਬੇਟਾ, ਤੁਸੀਂ ਗੂਗਲ 'ਤੇ ਸਰਚ ਕਰੋ ਤੇ ਤੁਹਾਨੂੰ ਹਰ ਆਦੇਸ਼ ਦੀ ਜਾਣਕਾਰੀ ਮਿਲ ਜੂਗੀ। ਵੈਸੇ ਆਉਣ ਵਾਲੀਆਂ ਕਲਾਸਾਂ ਵਿੱਚ ਤੁਸੀਂ ਇਹਨਾਂ ਬਾਰੇ ਡਿਟੇਲ ਵਿੱਚ ਵੀ ਪੜ੍ਹੋਗੇ। ਇਸ ਦੇ ਨਾਲ ਹੀ ਇਹ ਵਰਗੀਕਰਨ ਦਾ ਚੈਪਟਰ, ਜਿਹੜਾ ਮੌਲਿਕ ਅਧਿਕਾਰਾਂ ਦੇ ਵਰਗੀਕਰਨ ਦਾ ਚੈਪਟਰ ਖਤਮ ਹੁੰਦਾ। ਰਿਵੀਜ਼ਨ ਦੇ ਤੌਰ 'ਤੇ ਤੁਸੀਂ ਨੋਟ ਕਰ ਸਕਦੇ ਹੋ ਕਿ ਕਿਹੜੇ ਕਿਹੜੇ ਮੌਲਿਕ ਅਧਿਕਾਰ ਆ। ਸਭ ਤੋਂ ਪਹਿਲਾਂ ਸਮਾਨਤਾ ਦਾ ਅਧਿਕਾਰ 14 ਤੋਂ 18 ਅਨੁਛੇਦ ਵਿੱਚ ਹੈ। ਉਸ ਤੋਂ ਅੱਗੇ ਆਜ਼ਾਦੀ ਦਾ ਅਧਿਕਾਰ ਹੈ ਅਨੁਛੇਦ 19 ਤੋਂ 22 ਵਿੱਚ। ਉਸ ਤੋਂ ਅੱਗੇ ਹੈ ਬੇਟੇ ਸ਼ੋਸ਼ਣ ਦੇ ਵਿਰੁੱਧ ਅਧਿਕਾਰ 23 ਤੇ 24 ਆਰਟੀਕਲ 'ਚ। ਧਾਰਮਿਕ ਆਜ਼ਾਦੀ ਦਾ ਅਧਿਕਾਰ ਹੈ 25 ਤੋਂ 28 ਆਰਟੀਕਲ ਵਿੱਚ। ਸੱਭਿਆਚਾਰਕ ਤੇ ਵਿਦਿਅਕ ਅਧਿਕਾਰ ਹੈ 29 ਤੇ 30 ਆਰਟੀਕਲ ਵਿੱਚ। ਤੇ ਲਾਸਟ ਵਿੱਚ ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ ਆਰਟੀਕਲ 32 ਅਧੀਨ ਹੈ। ਬੇਟਾ ਇਹਨਾਂ ਸਾਰੇ ਅਧਿਕਾਰਾਂ ਦਾ ਇੱਕ ਚਾਰਟ ਬਣਾ ਲੈਣਾ ਹੈ ਤੇ ਇਸ ਨੂੰ ਹਮੇਸ਼ਾ ਲਈ ਯਾਦ ਰੱਖਣਾ ਹੈ। ਠੀਕ ਹੈ ਬੇਟਾ, ਓਕੇ, ਬਾਏ ਬਾਏ।